ਇੱਕ ਨਾਲ ਜੇ ਹੋਵੇ ਪਿਆਰ ਤਾਂ ਸਭ ਲੋਕੀ ਪਿਆਰੇ ਲੱਗਦੇ ਨੇ। ਸੱਚ ਕਹਿੰਦੇ ਲੋਕ ਸਿਆਣੇ ਨੇ, ਦੀਵਿਆਂ ਨਾਲ ਦੀਵੇ ਜਗਦੇ ਨੇ। ਸਤਿ ਸ਼੍ਰੀ ਅਕਾਲ, ਵੌਇਸ ਆਫ ਪੰਜਾਬ ਟੀਵੀ ਨਾਲ ਜੁੜੇ ਹੋ ਤੁਸੀਂ। ਵਕਤ ਇਸ ਵੇਲੇ ਸ਼ਾਮ ਦਾ ਹੈ ਔਰ ਤੁਹਾਡੇ ਸਾਹਮਣੇ ਇਹ ਜੋ ਘੁੰਮ ਰਿਹਾ ਹੈ ਇਸ ਨੂੰ ਚੱਕ ਕਹਿੰਦੇ ਨੇ। ਜ਼ਿੰਦਗੀ ਜਿਸ ਤਰੀਕੇ ਨਾਲ ਇੱਕ ਗੋਲ ਪਹੀਏ ਵਾਂਗ ਘੁੰਮਦੀ ਹੈ, ਜਾਂ ਜਿਸ ਤਰੀਕੇ ਨਾਲ ਸਾਡੀ ਇਹ ਧਰਤੀ, ਸਾਡੀ ਇਹ ਕੁਦਰਤ ਇੱਕ ਕੁਦਰਤੀ ਵਰਤਾਰੇ ਦਾ ਚੱਕਰ ਲਾਉਂਦੀ ਹੈ, ਉਸੇ ਤਰੀਕੇ ਨਾਲ ਅੱਜ ਅਸੀਂ, ਕਿਉਂਕਿ ਰੁੱਤ ਤਿਉਹਾਰਾਂ ਦੀ ਹੈ ਤੇ ਭਾਰਤ ਦਾ ਸਭ ਤੋਂ ਵੱਧ ਅਤੇ ਵੱਡਾ ਖੁਸ਼ੀ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਦੀਵਾਲੀ ਹੁਣ ਤੋਂ ਕੁਝ ਘੰਟਿਆਂ ਦੀ ਦੇਰੀ ਤੋਂ ਬਾਅਦ ਹੈ। ਵਕਤ ਸ਼ਾਮ ਦਾ ਇਸ ਕਰਕੇ ਕਿਉਂਕਿ ਦੀਵਾ ਉਹ ਚੀਜ਼ ਹੈ, ਦੀਵਾ ਉਹ ਸ਼ੈ ਹੈ, ਦੀਵੇ ਦੇ ਵਿੱਚ ਪਈ ਬੱਤੀ ਤੇ ਬੱਤੀ ਡੁੱਬੀ ਹੋਈ ਤੇਲ ਦੇ ਵਿੱਚ ਉਹ ਜ਼ਿੰਦਗੀ ਦੀ ਪਰੰਪਰਾ ਨੂੰ ਰੌਸ਼ਨ ਕਰਦਾ ਹੈ। ਉਹ ਗੁਰਬਾਣੀ ਤੋਂ ਲੈ ਕੇ ਜੀਸਸ ਕ੍ਰਾਈਸਟ ਤੱਕ ਜ਼ਿੰਦਗੀ ਦੀ ਹਲਚਲ ਦੀ ਪ੍ਰਤੀਕ ਤੇ ਪ੍ਰਮਾਣ ਹੈ। ਅੱਜ ਦੀਵਾਲੀ ਦੀ ਇਸ ਰੁੱਤ 'ਤੇ ਅਸੀਂ ਉਚੇਚੇ ਤੌਰ ਦੇ ਉੱਤੇ ਉਹਨਾਂ ਕੋਲ ਪਹੁੰਚੇ ਹਾਂ ਜਿਹੜੇ ਦੀਵਾਲੀ ਦੇ ਹਨੇਰੇ ਨੂੰ ਆਪਣੇ ਹੱਥਾਂ ਦੇ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਹਿਲਾ ਤੇ ਮੁੱਢਲਾ ਕਾਰਜ, ਜਿੱਦਾਂ ਹਰਭਜਨ ਸੋਹੀ ਲਿਖਦਾ ਹੈ ਕਿ ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ। ਪਰ ਇਹ ਉਹ ਲੋਕ ਨੇ ਜਿਹੜੇ ਪਹਿਲਾਂ ਮਿੱਟੀ ਨੂੰ ਪੁੱਟਦੇ ਨੇ, ਫਿਰ ਮਿੱਟੀ ਨੂੰ ਕੁੱਟਦੇ ਨੇ, ਕੁੱਟਣ ਤੋਂ ਬਾਅਦ ਮਿੱਟੀ ਨੂੰ ਮਿੱਧਿਆ ਜਾਂਦਾ ਹੈ, ਮਿੱਧਣ ਤੋਂ ਬਾਅਦ ਗੁੰਨਿਆ ਜਾਂਦਾ ਹੈ, ਗੁੰਨਣ ਤੋਂ ਬਾਅਦ ਮਿੱਟੀ ਨੂੰ ਆਠਣ ਦਿੱਤਾ ਜਾਂਦਾ ਤਾਂ ਕਿ ਉਸ ਦੇ ਵਿੱਚ ਬੱਤ ਆਵੇ। ਬੱਤ ਤੋਂ ਬਾਅਦ ਮਿੱਟੀ ਚੱਕ 'ਤੇ ਆਉਂਦੀ ਹੈ, ਚੱਕ ਤੋਂ ਬਾਅਦ ਘੁਮਿਆਰ ਦਾ ਅਸਲ ਕਾਰਜ ਜਿਹੜਾ ਉਹ ਸ਼ੁਰੂ ਹੁੰਦਾ। ਚੱਕ ਘੁੰਮਦਾ ਹੈ, ਘੁਮਿਆਰ ਦੇ ਹੱਥ ਦੀ ਕਲਾਕਾਰੀ, ਪ੍ਰਜਾਪਤੀ ਦੇ ਹੱਥ ਦੀ ਕਲਾਕਾਰੀ ਜਿਹੜੀ ਹੈ ਉਹ ਇਹਨਾਂ ਖੂਬਸੂਰਤ ਦੀਵਿਆਂ, ਇਹਨਾਂ ਖੂਬਸੂਰਤ ਕੁੱਜਿਆਂ, ਘੜਿਆਂ, ਝੱਕਰੀਆਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ। ਆਓ ਤਾਂ ਫਿਰ ਰੌਸ਼ਨੀ ਦੇ ਇਸ ਤਿਉਹਾਰ ਦੇ ਉੱਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਰੌਸ਼ਨੀ ਦਾ ਮੁੱਢਲਾ ਪ੍ਰਤੀਕ ਬਣਦੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਨਾਂ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਤਾਰ ਸਿੰਘ ਹੈ ਜੀ। ਕਰਤਾਰ ਸਿੰਘ ਜੀ, ਕਿੰਨੀ ਦੇਰ ਤੋਂ ਮਿੱਟੀ ਦੇ ਇਸ ਕੰਮ ਨਾਲ, ਦੀਵੇ ਬਣਾਉਣ ਤੋਂ ਲੈ ਕੇ ਉਹ ਘੜੇ ਜਿਨ੍ਹਾਂ 'ਚ ਕਦੇ ਰਿੜਕੇ ਜਾਂਦੇ ਸੀ ਦੁੱਧ, ਤੇ ਉਹ ਚੂੰਗੜੇ ਜਿਨ੍ਹਾਂ ਦੇ ਵਿੱਚ ਛੋਟੀਆਂ-ਛੋਟੀਆਂ ਬੱਤੀਆਂ ਜਲਦੀਆਂ ਨੇ, ਜਾਂ ਦੀਵਾਲੀ ਰੌਸ਼ਨ ਹੁੰਦੀ ਹੈ, ਕਿੰਨੀ ਦੇਰ ਤੋਂ ਇਹਨਾਂ ਕੰਮਾਂ ਨਾਲ ਲੱਗੇ ਹੋਏ ਹੋ? ਦੇਖੋ ਜੀ, ਅਸੀਂ ਤਾਂ ਬਚਪਨ ਤੋਂ ਹੀ ਮਤਲਬ ਇਹਨਾਂ ਕੰਮਾਂ ਦੇ ਨਾਲ ਜੁੜੇ ਹੋਏ ਹਾਂ ਜੀ। ਸਾਡੇ ਬਜ਼ੁਰਗਾਂ ਦਾ ਕਲਚਰ ਸ਼ੁਰੂ ਤੋਂ ਇਹ ਚੱਲਦਾ ਆ ਰਿਹਾ ਜੀ। ਅਸੀਂ ਜਦੋਂ ਤੋਂ ਆਪਣੀ ਸੋਝੀ ਸੰਭਾਲੀ ਹੈ, ਜਦੋਂ ਤੋਂ ਇਸ ਕੰਮ ਨੂੰ ਅਸੀਂ ਕਰਦੇ ਆ ਰਹੇ ਹਾਂ ਜੀ। ਤੁਹਾਡੇ ਬਜ਼ੁਰਗ ਵੀ ਪਹਿਲਾਂ ਇਸੇ ਕੰਮ ਦੇ ਵਿੱਚ ਸੀ? ਹਾਂਜੀ ਬਿਲਕੁਲ ਜੀ, ਸਾਡੇ ਬਜ਼ੁਰਗ ਵੀ ਸਾਰੀ ਉਮਰ ਇਸੇ ਕੰਮ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਉਹਨਾਂ ਨੇ ਇੱਥੇ ਹੀ ਕੀਤੀ ਹੈ ਜੀ। ਬੜੇ ਥੋੜ੍ਹੇ ਜਿਹੇ ਸ਼ਬਦਾਂ 'ਚ ਤੁਸੀਂ ਉਹ ਸਮਾਂ ਯਾਦ ਕਰਾਓ ਜਦੋਂ ਤੁਹਾਡੇ ਬਜ਼ੁਰਗ, ਤੁਹਾਡੇ ਪਿਤਾ ਜੀ ਜਾਂ ਤੁਹਾਡੇ ਦਾਦਾ ਜੀ ਜਾਂ ਤੁਹਾਡੇ ਤਾਇਆ ਚਾਚਾ ਜੀ ਕੰਮ ਕਰਦੇ ਸੀ, ਤੁਸੀਂ ਉਦੋਂ ਨਿਆਣੇ ਚੜ੍ਹਦੀ ਉਮਰ ਦੇ ਵਿੱਚ ਸੀਗੇ। ਉਦੋਂ ਕੰਮ ਖਾਸਾ ਜ਼ਿਆਦਾ ਹੁੰਦਾ ਸੀ। ਉਦੋਂ ਦੀਆਂ ਯਾਦਾਂ ਤੇ ਅੱਜ ਦਾ ਫਰਕ ਥੋੜ੍ਹੇ ਜਿਹੇ ਸ਼ਬਦਾਂ 'ਚ। ਹਾਂਜੀ, ਬਹੁਤ ਕੰਮ ਤਾਂ ਬਹੁਤ ਹੁੰਦਾ ਸੀ ਜੀ ਉਸ ਟਾਈਮ। ਹਰ ਇੱਕ ਕੰਮ ਦੇ ਵਿੱਚ ਇਹਨਾਂ ਨੂੰ ਮਿੱਟੀ ਦੇ ਮਤਲਬ ਬਰਤਨਾਂ ਨੂੰ ਮਤਲਬ ਵਰਤਿਆ ਜਾਂਦਾ ਸੀ। ਅਤੇ ਹੁਣ ਤਾਂ ਲੋੜ ਇੰਨੀ ਹੈ ਨਹੀਂ, ਜਦੋਂ ਮਜਬੂਰੀ ਕਾਰਨ ਲੋਕ ਵਰਤਦੇ ਆ, ਜਿਹੜਾ ਸਰਦਾ ਨਹੀਂ ਹੈਗਾ ਜਿਹਦੇ ਕਾਰਨ ਤਾਂ ਲੈਂਦੇ ਆ। ਤਾਂ ਪਹਿਲਾਂ ਤਾਂ ਹਰੇਕ ਕੰਮ ਦੇ ਵਿੱਚ ਇਹਨਾਂ ਨੂੰ ਵਰਤਦੇ ਸੀ। ਕੰਮ ਬਹੁਤ ਹੁੰਦਾ ਸੀ ਜੀ, ਦਿਨ ਰਾਤ ਕਰਕੇ। ਮਤਲਬ ਸਾਡੇ ਬਜ਼ੁਰਗ, ਸਾਡੇ ਸਾਰੇ ਹੀ ਜਿੰਨੇ ਵੀ ਮਤਲਬ ਪਰਿਵਾਰ ਦੇ ਮੈਂਬਰ ਦਿਨ ਰਾਤ ਕਰਕੇ ਇਸ ਕੰਮ ਨੂੰ ਕਰਦੇ ਸੀ। ਬਹੁਤ ਮਿਹਨਤ ਨਾਲ, ਮਤਲਬ ਇਸ ਦੇ ਨਾਲ, ਇਸੇ ਨਾਲ ਆਪਣਾ ਸਮਾਂ ਸਾਰਾ ਬਤੀਤ ਅਸੀਂ ਇਸ ਮਿੱਟੀ ਦੇ ਕਾਰੋਬਾਰ ਨਾਲ, ਮਤਲਬ ਸਾਡਾ ਘਰ-ਬਾਰ ਜੋ ਵੀ ਸਾਡਾ ਬੱਚਿਆਂ ਦਾ ਸਾਰਾ ਸਿਸਟਮ ਇਹਦੇ ਨਾਲ ਹੀ ਚੱਲਦਾ ਜੀ ਸਾਡਾ। ਸਮਾਂ ਬਦਲ ਗਿਆ ਬਾਈ ਜੀ, ਹੁਣ ਸਮਾਂ ਚੇਂਜ ਹੋ ਗਿਆ ਜੀ, ਬਹੁਤ ਸਮਾਂ ਬਦਲ ਗਿਆ। ਚਲੋ ਮੈਂ ਮੰਨਦਾ ਤੁਹਾਡੀ ਗੱਲ ਕਿ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਘੱਟ ਹੋ ਗਈ, ਕੁੱਜੇ ਨਹੀਂ ਵਰਤਦੇ, ਚੱਕਰੀਆਂ ਨਹੀਂ ਵਰਤਦੇ, ਘੜੇ ਕਿਤੇ ਵਰਤੇ ਜਾਂਦੇ ਆ। ਉਹ ਵੀ ਇਸ ਇਲਾਕੇ ਦੇ ਵਿੱਚ ਤਾਂ ਨਹੀਂ ਵਰਤੇ ਜਾਂਦੇ, ਚੰਡੀਗੜ੍ਹ ਦੇ ਨੇੜੇ ਤੇੜੇ। ਠੀਕ ਹੈ, ਪੰਜਾਬ ਦੇ ਦੂਸਰੇ ਇਲਾਕਿਆਂ 'ਚ ਜ਼ਰੂਰ ਪਾਣੀ ਪੀਣ ਦੇ ਲਈ ਘੜੇ ਵਰਤੇ ਜਾਂਦੇ ਆ, ਉੱਥੇ ਵਿਕਰੀ ਹੁੰਦੀ ਆ ਘੜਿਆਂ ਦੀ ਜਾਂ ਬਣਾਏ ਜਾਂਦੇ ਨੇ ਘੜੇ। ਪਰ ਆਹ ਜਿਹੜੇ ਦਿਨ ਨੇ, ਖਾਸ ਦਿਨ ਨੇ, ਕੁਛ ਘੰਟਿਆਂ ਬਾਅਦ ਜਿਹੜਾ ਤਿਉਹਾਰ ਆਉਣਾ ਉਹ ਦੀਵਾਲੀ ਦਾ ਦਿਨ ਆਉਣਾ, ਦੀਵਾਲੀ ਦੀ ਰਾਤ ਆਉਣੀ ਹੈ। ਦੀਵਾਲੀ ਦੀ ਰਾਤ ਦੀ ਤਿਆਰੀ ਸਾਡਾ ਪ੍ਰਜਾਪਤੀ ਭਾਈਚਾਰਾ, ਤੁਹਾਡੇ ਘੁਮਿਆਰ ਵੀਰ ਨੇ ਜਿਹੜੇ, ਉਹ ਸਾਰਾ ਸਾਲ ਉਡੀਕ ਕਰਦੇ ਸੀ। ਯਾਰ ਵੀ ਦੀਵਾਲੀ ਆਊਗੀ, ਦੀਵਾਲੀ ਨੂੰ ਸਾਡੇ ਦੀਵੇ, ਸਾਡੀਆਂ ਕੁੱਜੀਆਂ, ਸਾਡੇ ਚੂੰਗੜੇ ਇੰਨੇ ਕੁ ਵਿਕ ਜਾਣੇ ਆ ਵੀ ਅਸੀਂ ਓਨੀ ਕੁ ਜਮ੍ਹਾਂ ਪੂੰਜੀ ਕਰ ਲੈਣੀ ਆ ਜਿਹਦੇ ਨਾਲ ਸਾਡਾ ਮਤਲਬ ਕੰਮ ਚੱਲਦਾ ਰਹੂਗਾ, ਬੱਚੇ ਪਲਦੇ ਰਹਿਣਗੇ। ਹੁਣ ਕਿੰਨਾ ਕੁ ਫਰਕ ਆ ਗਿਆ ਪਹਿਲਾਂ ਦੀਆਂ ਦੀਵਾਲੀਆਂ ਤੇ ਹੁਣ ਦੀਆਂ ਦੀਵਾਲੀਆਂ 'ਚ? ਕਿੰਨਾ ਕੁ ਫਰਕ ਹੈ? ਹੁਣ ਤਾਂ ਜੀ ਦੀਵਾਲੀ ਦੀ ਜਿਹੜੀ ਆਪਣੀ ਤਿਆਰੀ ਹੈ, ਬਸ ਇਹਦੇ ਨਾਲ ਦੀਵਾਲੀ ਮਨਾਈ ਜਾਂਦੀ ਹੈ ਜੀ ਬਸ। ਹੁਣ ਤਾਂ ਮਤਲਬ ਉਹ ਸਾਲ ਪੂੰਜੀ ਵਾਲਾ ਦਾ ਕੰਮ ਹੈ ਨਹੀਂ ਜੀ। ਜਮ੍ਹਾਂ ਪੂੰਜੀ ਕੋਈ ਨਹੀਂ ਬਚਦੀ, ਕੋਈ ਜਮ੍ਹਾਂ ਪੂੰਜੀ ਨਹੀਂ ਜੀ। ਪਹਿਲਾਂ ਤਾਂ ਮਤਲਬ ਜ਼ਿਮੀਂਦਾਰਾਂ ਨੂੰ ਜਿਸ ਤਰ੍ਹਾਂ ਆਪਣੇ ਪਿੰਡਾਂ ਦੇ ਵਿੱਚ ਅਸੀਂ ਬਰਤਨ ਦੇ ਕੇ ਆਉਂਦੇ ਸਾਡੇ ਬਜ਼ੁਰਗ, ਉਹਨਾਂ ਤੋਂ ਅਨਾਜ ਫੱਕਾ ਬਹੁਤ ਇਕੱਠਾ ਹੋ ਜਾਂਦਾ ਸੀ ਸਾਡੇ ਕੋਲ, ਮਤਲਬ ਸਾਲ ਮੁੱਕਦਾ ਹੀ ਨਹੀਂ ਸੀ। ਹਾਂ, ਦਾਣੇ ਪਹਿਲਾਂ ਦੇ ਆਉਂਦੇ ਸੀ ਸਾਡੇ ਪਿੰਡਾਂ 'ਚ, ਅਸੀਂ ਵੀ ਕਰਦੇ ਰਹੇ ਹਾਂ। ਪਹਿਲਾਂ ਤੁਸੀਂ, ਤੁਹਾਡੇ ਭਾਈਚਾਰੇ ਦੇ ਜਾਂਦੇ ਸੀ, ਬਾਅਦ 'ਚ ਸਾਤੋਂ ਦਾਣੇ ਲੈ ਜਾਂਦੇ ਸੀਗੇ।
ਹਾਂਜੀ, ਜਿੱਦਾਂ ਕਿ ਕਣਕ ਦੇ ਵੇਲੇ ਕਣਕ ਇਕੱਠੀ ਹੋ ਜਾਂਦੀ ਸੀ, ਸਪੈਸ਼ਲ ਮਤਲਬ ਸਾਡੇ ਬਜ਼ੁਰਗ ਘੜੇ ਦੇਣ ਜਾਂਦੇ ਸੀ ਖੇਤਾਂ ਦੇ ਵਿੱਚ ਆਪਣੇ ਜ਼ਿਮੀਂਦਾਰ ਭਾਈਆਂ ਨੂੰ ਸਾਰਿਆਂ ਨੂੰ। ਤੇ ਹੁਣ ਉਹ ਵੀ ਬੰਦ ਹੋ ਗਿਆ ਜੀ ਰਿਵਾਜ, ਹੁਣ ਕੋਈ ਜਾਂਦਾ ਹੀ ਨਹੀਂ, ਨਾ ਕੋਈ ਬੁਲਾਉਂਦਾ ਏ। ਤੇ ਹੁਣ ਦੀਵਾਲੀ ਦਾ ਵੀ ਸਾਰਾ ਮਤਲਬ ਕੋਈ ਦਾਣੇ ਦੂਣੇ ਵਾਲਾ ਤਾਂ ਕੰਮ ਰਿਹਾ ਨਹੀਂ ਜੀ ਐਸਾ। ਹੁਣ ਤਾਂ ਕੋਈ ਜਿੰਨਾ ਕੁ ਆਪਣੀ ਮਿਹਨਤ ਕਰ ਲਈ ਦੀਵਾਲੀ ਮਨਾ ਲਊਗਾ ਜੀ, ਜੇ ਨਾ ਮਿਹਨਤ ਕੀਤੀ ਤਾਂ ਬਸ ਆਪਣੇ ਘਰ ਜਿੱਦਾਂ ਮਰਜ਼ੀ ਰਹੋ ਕੋਈ। ਫਿਰ ਇਹਦਾ ਮਤਲਬ ਪਹਿਲਾਂ ਵਾਲੇ ਟਾਈਮ ਨਾਲੋਂ ਆਪਸੀ ਪਿਆਰ ਦਾ ਵੀ ਫਰਕ ਪੈ ਗਿਆ ਆਮ ਲੋਕਾਂ ਦੇ ਪਿੰਡਾਂ ਦੇ ਘਰਾਂ ਦੇ ਵਿੱਚ, ਚਾਹੇ ਉਹ ਜ਼ਿਮੀਂਦਾਰ ਭਾਈਚਾਰਾ ਤੇ ਤੁਹਾਡੀ ਗੱਲ ਹੋਵੇ। ਪਹਿਲਾਂ ਤੁਹਾਡੇ ਤੋਂ ਉਚੇਚੇ ਤੌਰ ਤੇ ਘੜੇ ਮੰਗਾਏ ਜਾਂਦੇ ਸੀਗੇ, ਹਾੜੀ ਦੇ ਸੀਜ਼ਨ, ਸੌਣੀ ਦੇ ਸੀਜ਼ਨ, ਵਾਢੀ ਦੇ ਸੀਜ਼ਨ, ਹਨਾ। ਹੁਣ ਪਿਆਰ ਵੀ ਫਰਕ ਪੈ ਗਿਆ। ਪਿਆਰ ਤਾਂ ਆਟੋਮੈਟਿਕ ਫਰਕ ਪੈ ਜਾਣਾ ਜੀ, ਟਾਈਮ ਹੀ ਨਹੀਂ ਹੈਗਾ ਕਿਸੇ ਕੋਲ ਹੁਣ ਇੰਨਾ। ਹੁਣ ਸਾਰੇ ਹੀ ਆਪਣੇ ਕੰਮਾਂ ਦੇ ਵਿੱਚ ਇੱਦਾਂ ਰੁੱਝੇ ਹੋਏ, ਮਤਲਬ ਪਤਾ ਹੀ ਨਹੀਂ ਇੱਕ ਦੂਜੇ ਬੰਦੇ ਦੀ ਤਾਂ ਕਿਸੇ ਨੂੰ ਪਰਖ ਹੀ ਨਹੀਂ ਹੈਗੀ ਕਿੱਥੇ ਕੋਈ ਰਹਿ ਰਿਹਾ। ਲੋੜ ਮੁਤਾਬਕ ਮਤਲਬ ਗਰਜ ਦੀਵਾਨੀ ਮਤਲਬ ਬਾਮਰਾ, ਉਹ ਟਾਈਮ ਹੁਣ ਆਇਆ ਹੋਇਆ ਹੈ ਜੀ ਬਸ ਇਸ ਦੁਨੀਆ 'ਚ। ਜੇ ਕਿਸੇ ਨੂੰ ਮਤਲਬ ਹੈ ਤਾਂ ਹੀ ਕੋਈ ਆਂਦਾ ਹੈ ਜੀ, ਜਾਂ ਕਿਸੇ ਨੂੰ ਗਰਜ ਹੈ ਤਾਂ ਹੀ ਕਿਸੇ ਦਾ ਫੋਨ ਆਉਂਦਾ, ਤਾਂ ਹੀ ਕੋਈ ਬੁਲਾਉਂਦਾ ਹੈ, ਨਹੀਂ ਤਾਂ ਕੋਈ ਮਤਲਬ ਹੈ ਨਹੀਂ ਕਿਸੇ ਨੂੰ ਕਿਸੇ ਤੋਂ ਵੀ। ਹੁਣ ਤਾਂ ਜੀ ਚਾਹੇ ਉਹ ਪਰਿਵਾਰ ਹੈ, ਚਾਹੇ ਪਿੰਡ ਹੈ, ਚਾਹੇ ਕੋਈ ਕੁਝ ਵੀ ਹੈਗਾ, ਇੱਦਾਂ ਦਾ ਮਤਲਬ ਕੋਈ ਨਹੀਂ ਹੈਗਾ ਕਿਸੇ ਨਾਲ। ਗਰਜ ਦੀਵਾਨੀ ਮਤਲਬ ਬਾਬਰਾ, ਬੜੀ ਸੋਹਣੀ ਗੱਲ ਕਹੀ ਹੈ। ਭਾਈ ਸਾਹਿਬ ਇਹ ਦੱਸਣ ਦੀ ਕੋਸ਼ਿਸ਼ ਕਰੋ, ਸਮਝਾਓ ਮਾੜਾ ਜਿਹਾ ਸਾਨੂੰ ਮੋਟੇ ਰੂਪ 'ਚ ਵੀ ਜਿਹੜੇ ਅੱਜ ਕੱਲ੍ਹ ਬਰਤਨ ਚੱਲਦੇ ਆ, ਮੰਨ ਲਓ ਪਲਾਸਟਿਕ ਦੇ ਭਾਂਡੇ ਚੱਲਦੇ ਆ, ਪਲਾਸਟਿਕ ਦੇ ਕੈਂਪਰ ਚੱਲ ਪਏ, ਉਹਦੇ ਮੁਕਾਬਲੇ ਜੇ ਅਸੀਂ ਤੌੜੀ ਦੇ ਵਿੱਚ, ਕੁੱਜੇ ਦੇ ਵਿੱਚ ਜਾਂ ਘੜੇ ਦੇ ਵਿੱਚ ਪਾਣੀ ਪਾਉਂਦੇ ਆ, ਪਾਣੀ ਪਾ ਕੇ ਰੱਖਦੇ ਆ ਜਾਂ ਉਹ ਪਾਣੀ ਪੀਂਦੇ ਆ, ਕੀ ਸਾਡੀਆਂ ਸਿਹਤਾਂ ਨੂੰ ਅਸੀਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਜਾਂ ਉਹਦਾ ਕੋਈ ਤੱਥ ਤਰਕ ਹੈ? ਹਾਂਜੀ ਬਿਲਕੁਲ ਹੈਗਾ ਜੀ, ਬਿਲਕੁਲ। ਮਤਲਬ ਜਿਹੜੇ ਅੱਜ ਕੱਲ੍ਹ ਇਹ ਚੱਲ ਪਏ ਕਹਿੰਦੇ ਫਿਲਟਰ ਦਾ ਪਾਣੀ ਹੈ ਜੀ, ਘੜੇ 'ਚ ਪਾਣੀ ਪਾ ਕੇ ਰੱਖੋ, ਉਹਨੂੰ ਫਿਲਟਰ ਕਰਨ ਦੀ ਕੋਈ ਲੋੜ ਨਹੀਂ, ਉਹ ਆਟੋਮੈਟਿਕ ਫਿਲਟਰ ਹੋ ਜਾਂਦਾ ਜੀ। ਜੋ ਮਤਲਬ ਉਹਨੂੰ ਛਾਂ ਦੇ ਵਿੱਚ ਸਹੀ ਤਰੀਕੇ ਨਾਲ ਬਣਾਇਆ ਜਾਵੇ, ਛਾਂ ਦੇ ਵਿੱਚ ਇਸਨੂੰ ਸੁਕਾਇਆ ਜਾਵੇ, ਸਹੀ ਤਰੀਕੇ ਨਾਲ ਉਹਨੂੰ ਭੱਠੀ ਦੇ ਵਿੱਚ ਪਕਾਇਆ ਜਾਵੇ, ਤਾਂ ਫਿਲਟਰ ਕਰਨ ਦੀ ਲੋੜ ਨਹੀਂ, ਪਾਣੀ ਆਟੋਮੈਟਿਕ ਫਿਲਟਰ ਹੋ ਜਾਂਦਾ ਜੀ। ਉਹਦੇ ਵਿੱਚ ਪਾਣੀ ਠੰਡਾ ਰਹਿੰਦਾ, ਕੋਈ ਫਰਿੱਜ ਦੀ ਲੋੜ ਨਹੀਂ ਉਸ ਵਾਸਤੇ। ਮਤਲਬ ਸਿਹਤ ਵਾਸਤੇ ਬੜਾ ਸੋਹਣਾ ਤਰੀਕੇ ਨਾਲ, ਮਤਲਬ ਵਧੀਆ ਤਰੀਕਾ ਅਜਮਾਉਂਦੇ ਆ ਜਿਹੜੇ ਬੰਦੇ, ਮਤਲਬ ਘਰ ਦੇ ਵਰਤਦੇ ਵੀ ਐ ਬਹੁਤ। ਹੁਣ ਪਾਣੀ ਦੇ ਕੈਂਪਰ ਚੱਲ ਪਏ ਮਿੱਟੀ ਦੇ, ਉਹਨਾਂ ਨਾਲ ਮਤਲਬ ਸਿਹਤ ਬੜੀ ਵਧੀਆ, ਕੋਈ ਐਸੀ ਗੱਲ ਨਹੀਂ ਹੈਗੀ ਜੀ। ਮਤਲਬ ਕੋਈ ਬਿਮਾਰੀ ਨਹੀਂ, ਕੋਈ ਖਾਂਸੀ ਨਹੀਂ, ਬਰਫੀਲੇ ਪਾਣੀ ਨਾਲੋਂ ਤਾਂ 100 ਗੁਣ ਦਰਜੇ ਚੰਗਾ ਹੈ ਜੀ ਪਾਣੀ ਦਾ। ਮੈਂ ਉਸੇ ਗੱਲ ਤੇ ਆ ਰਿਹਾ ਸੀਗਾ, ਤੁਸੀਂ ਦੱਸਿਆ ਵੀ ਹੁਣ ਤਾਂ ਮਿੱਟੀ ਦੇ ਕੈਂਪਰ ਵੀ ਚੱਲ ਪਏ ਆ ਘੜਿਆਂ ਦੀ, ਕਿਉਂਕਿ ਉਹ ਮਾਡਰਨ ਹੋ ਗਏ ਹਨ। ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਵੀ ਇਹ ਦੇਖਣ ਨੂੰ ਮਿਲ ਰਿਹਾ ਵੀ ਮਿੱਟੀ ਦੇ ਭਾਂਡੇ ਲੋਕ ਖਾਸ ਤੌਰ ਤੇ ਖਰੀਦ ਰਹੇ ਨੇ। ਤੁਹਾਡੇ ਵਰਗੇ ਸੱਜਣਾ ਨੇ ਫੈਕਟਰੀਆਂ ਲਾਈਆਂ ਨੇ ਇਸੇ ਮਿੱਟੀ ਦੇ ਕੰਮ ਦੀਆਂ, ਹਨਾ। ਮਿੱਟੀ ਦਾ ਤਵਾ ਖਾਸ ਤੌਰ ਤੇ ਆਉਣ ਲੱਗ ਗਿਆ, ਜਿਹੜੇ ਲੋਕ ਭੁੱਲ ਗਏ ਸੀਗੇ, ਹੁਣ ਸ਼ਹਿਰਾਂ ਦੇ ਵਿੱਚ ਇੱਕ ਮਤਲਬ ਦਿਖਾਵੇ ਦਾ ਪ੍ਰਗਟਾਵੇ ਬਣ ਗਿਆ ਵੀ ਅਸੀਂ ਮਿੱਟੀ ਦੇ ਭਾਂਡੇ ਦੀ ਰੋਟੀ ਖਾਣ ਲੱਗ ਗਏ, ਹਨਾ, ਜਾਂ ਮਿੱਟੀ ਦੇ ਤਵੇ ਦੀ ਰੋਟੀ ਖਾਣ ਲੱਗ ਗਏ। ਤੁਹਾਡੇ ਤੱਕ ਇਹਨਾਂ ਦੇ ਆਰਡਰ ਪਹੁੰਚਦੇ ਆ, ਕਿਉਂਕਿ ਤੁਹਾਡੇ ਨਾਲ ਚੰਡੀਗੜ੍ਹ ਸ਼ਹਿਰ ਲੱਗਦਾ, ਇੱਧਰ ਅੰਬਾਲਾ ਲੱਗਦਾ, ਵੱਡੇ ਸ਼ਹਿਰ ਲੱਗਦੇ ਆ। ਮਿੱਟੀ ਦੇ ਜਿਹੜੇ ਭਾਂਡੇ ਆ ਜਿਹੜੇ ਮਾਡਰਨ ਹੋ ਗਏ, ਉਹਨਾਂ ਦੀ ਡਿਮਾਂਡ ਕਿੰਨੀ ਕੁ ਹੈ ਜਾਂ ਲੋਕ ਕਿੰਨੇ ਕੁ ਖਰੀਦਦੇ ਆ? ਦੇਖੋ ਡਿਮਾਂਡ ਤਾਂ ਹੁਣ ਹੈ ਹੀ ਹੈ ਜੀ, ਹਰ ਇੱਕ ਚੀਜ਼ ਦੀ ਹੋ ਰਹੀ ਡਿਮਾਂਡ ਤਾਂ ਜੀ। ਜਿਹੜੀ ਸਾਡੀ ਭੱਠੀ 'ਚ ਰਾਖ ਵੀ ਨਿਕਲਦੀ ਹੈ, ਡਿਮਾਂਡ ਤਾਂ ਉਹਦੀ ਵੀ ਹੈ ਜੀ। ਡਿਮਾਂਡ ਉਹ ਕਿੱਦਾਂ ਉਹ ਵੀ ਸਮਝਾਓ ਥੋੜ੍ਹਾ ਜਿਹਾ। ਹੁਣ ਸਾਡੇ ਜ਼ਿਮੀਂਦਾਰ ਲੋਕ ਜਿੱਦਾਂ ਕੋਈ ਪੌਦ ਇਹਦੇ ਆਪਣੇ, ਜਿੱਦਾਂ ਪਿਆਜ਼ ਦੀ ਹੁਣ ਚੱਲ ਰਿਹਾ ਸੀਜ਼ਨ, ਪਿਆਜ਼ ਦੀ ਪੌਦ ਲਾ ਰਹੇ ਨੇ, ਉਹਨਾਂ ਵਾਸਤੇ ਖੇਤਾਂ ਦੇ ਵਿੱਚ ਗੇਰਨ ਵਾਸਤੇ ਵੀ ਲੈ ਜਾਂਦੇ ਨੇ ਸਾਡੇ ਕੋਲੋਂ ਇੱਥੋਂ ਆ ਕੇ। ਠੰਡ ਤੋਂ ਬਚਾ ਲਈ, ਕੋਰੇ ਤੋਂ ਬਚਾ ਲਈ, ਕੋਈ ਕੀੜੇ ਕੂੜੇ ਤੋਂ ਉਹਦੀ ਮਤਲਬ ਉਹਦਾ ਫਾਇਦਾ ਹੁੰਦਾ ਜੀ ਕੋਈ, ਤਾਂ ਹੀ ਲੈ ਜਾਂਦੇ ਆ ਨਾ ਉਹ। ਤੇ ਮਤਲਬ ਜਿਹੜੇ ਆ ਤੁਸੀਂ ਗੱਲ ਕਰ ਮਾਡਰਨ ਭਾਂਡਿਆਂ ਦੀ ਜੀ, ਇਹਦੇ ਬਾਰੇ ਗੱਲ ਕਰਦੇ ਆ ਜੀ। ਮਤਲਬ ਆਰਡਰ ਤਾਂ ਹੈਗਾ ਜੀ ਉਹਦਾ, ਪਰ ਲੇਕਿਨ ਇੱਕ ਸਮਝ ਨਹੀਂ ਆਉਂਦੀ, ਜਿਹੜੀ ਚੀਜ਼ ਮਾਰਕੀਟ ਦੇ ਵਿੱਚ 100 ਰੁਪਏ ਦੀ ਵਿਕ ਰਹੀ ਹੈ, ਇੱਥੇ ਉਸ ਚੀਜ਼ ਦਾ ਮੁੱਲ ਸਾਨੂੰ ਦੇਣ ਵਾਲਾ ਨਹੀਂ ਹੈ ਜੀ ਕੋਈ ਵੀ। ਇੱਥੇ ਤਾਂ ਉਸ ਚੀਜ਼ ਨੂੰ ਮਤਲਬ 20 ਰੁਪਏ ਦੀ, ਜੇ ਅਸੀਂ ਸਾਨੂੰ ਜ਼ਬਰਦਸਤੀ ਮਤਲਬ ਇੰਨ ਤਾਂ ਕੋਈ ਖਰੀਦਦਾ ਹੀ ਨਹੀਂ ਹੈਗਾ ਪਿਆ ਇੱਥੇ। ਮੰਨ ਲਓ 20 ਰੁਪਏ ਦੀ ਜਿਹੜੀ ਚੀਜ਼ ਅਸੀਂ ਇੱਥੇ ਤੋਂ ਵੇਚ ਰਹੇ ਹਾਂ, ਉਹ ਜਾ ਕੇ ਬਾਜ਼ਾਰ ਤਾਂ 150 ਰੁਪਏ ਵਿਕ ਰਹੀ ਹੈ ਜੀ। ਇੱਥੇ ਉਹ 'ਤੇ ਮੋਹਰ ਲੱਗ ਗਈ ਕਿਸੇ ਦੀ, ਜਦੋਂ ਉਹਦੇ ਉੱਤੇ ਕਿਸੇ ਦੇ ਵੀ ਮੋਹਰ ਲੱਗ ਗਈ, ਹਾਂ ਉਹ ਤਾਂ ਫਿਰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਕੰਪਨੀ ਦਾ ਚੱਲਦਾ ਨਾਮ, ਤਾਂ ਆਪਣੀ ਕੋਈ ਮੋਹਰ ਲਾ ਕੇ ਆਪਣਾ ਉੱਥੇ ਕਹਿ ਦਿੰਦੇ ਆ ਜੀ ਸਾਡਾ ਜੀ ਬਣਾਇਆ ਹੋਇਆ, ਇਹ ਬਾਬੇ ਰਾਮਦੇਵ ਦੀ ਤੌੜੀ ਹੈ ਜੀ, ਇਹ ਫਲਾਣੇ ਦੀ ਹੈ ਜੀ। ਇਹ ਪਤਾ ਨਹੀਂ ਅੱਜ ਕੱਲ੍ਹ ਕਿਹੜਾ ਰਾਮਦੇਵ ਨੂੰ ਕਿਹੜੇ ਭਾਂਡੇ ਬਣਾਉਣੇ ਆਏ, ਕਿਹੜੇ ਜਨਮ 'ਚ ਉਹਨੇ ਭਾਂਡੇ ਸਿੱਖ ਲਏ। ਇਹ ਸਾਡੇ ਤਾਂ ਪਤਾ ਨਹੀਂ, ਸਾਡੇ ਤਾਂ ਬਜ਼ੁਰਗਾਂ ਨੇ ਸਾਨੂੰ ਨਹੀਂ ਦੱਸਿਆ ਵੀ ਰਾਮਦੇਵ ਵੀ ਭਾਂਡੇ ਬਣਾਉਣੇ ਜਾਣਦਾ, ਐਵੇਂ ਨਹੀਂ ਸੁਣਿਆ ਜੀ ਅਸੀਂ ਤਾਂ। ਅਤੇ ਮਤਲਬ ਜੋ ਸਾਡੀ ਮਿਹਨਤ ਹੈ ਮਿੱਟੀ ਨਾਲ ਮਿੱਟੀ ਹੋ ਕੇ, ਮਤਲਬ ਅਸੀਂ ਇੱਥੇ ਕਾਰੋਬਾਰ ਜਿਹੜਾ ਕਰ ਰਹੇ ਆ ਨਾ ਜੀ, ਮਤਲਬ ਉਸ ਦੀ ਮਿਹਨਤ ਨਹੀਂ ਸਾਡੇ ਪੱਲੇ ਪੈਂਦੀ ਜੀ ਬਿਲਕੁਲ ਵੀ। ਇਹ ਤਾਂ ਬਸ ਇਸ ਤਰ੍ਹਾਂ ਹੈ, ਚਲੋ ਇੱਕ ਬਿਹਾਰ, ਅਸੀਂ ਤਾਂ ਖੈਰ ਮੈਂ ਤਾਂ ਆਪਣੀ ਗੱਲ ਕਰਦਾ ਜੀ, ਮੈਂ ਇਸ ਬਜ਼ੁਰਗਾਂ ਦੇ ਕਲਚਰ ਨੂੰ ਨਾ ਮਤਲਬ ਆਪਣੇ ਅੰਦਰੇ ਦਿਲ ਤੋਂ ਸ਼ੌਂਕ ਨਾਲ ਕਰਦਾ ਜੀ। ਦੇਖੋ ਮੈਂ ਕਰਨ ਨੂੰ ਮੈਂ ਹੋਰ ਕੰਮ ਵੀ ਕਰ ਸਕਦਾ, ਜੇ ਮੈਂ ਆਰਾਮਦਾਰੀ ਚਾਹਾਂ ਤਾਂ ਮੈਂ ਡਰਾਈਵਰੀ ਵੀ ਸਿੱਖਿਆ ਹੋਇਆ ਜੀ, ਮੈਂ ਗੱਡੀ ਵੀ ਚਲਾ ਸਕਦਾ ਹੈ, ਪਰ ਨਹੀਂ, ਸ਼ੌਂਕ ਹੈ ਇਸ ਕੰਮ ਦਾ, ਸ਼ੌਂਕ ਜਾਂ ਇਸ ਕੰਮ ਨੂੰ ਕਰਦਾ ਹੈ ਜੀ ਬੜੇ ਸ਼ੌਂਕ ਦੇ ਨਾਲ। ਮਤਲਬ ਬਜ਼ੁਰਗਾਂ ਦਾ ਕਲਚਰ ਹੈ ਵੀ ਇਹਨੂੰ ਅਸੀਂ ਖੋਣਾ ਨਹੀਂ ਚਾਹੁੰਦੇ। ਅੱਗੇ ਮੇਰੇ ਜਿਹੜੇ ਬੱਚੇ ਨੇ, ਮੈਂ ਉਹਨਾਂ ਨੂੰ ਵੀ ਹੌਲੀ ਹੌਲੀ ਇਸ ਕੰਮ ਦੇ ਵਿੱਚ ਮਤਲਬ ਟਰਾਈ ਉਹਨੂੰ ਦੇ ਰਿਹਾ,
ਭਾਵੇਂ ਉਹ ਕਰਨ ਜਾਂ ਨਾ ਕਰਨ, ਪਰ ਉਹਨੂੰ ਕਹੇ ਵੀ ਸਿੱਖੋ, ਇਹਨੂੰ ਖੋਣਾ ਨਹੀਂ ਹੈਗਾ। ਤੇ ਬਹੁਤ ਮਹੱਤਵਪੂਰਨ ਗੱਲ ਕਹੀ ਹੈ ਭਾਈ ਸਾਹਿਬ ਨੇ ਵੀ ਜੇ ਇਹ ਛੱਡ ਜਾਣਗੇ ਕੰਮ, ਜੇ ਇਹਨਾਂ ਦਾ ਸ਼ੌਕ ਖਤਮ ਹੋ ਜਾਊਗਾ ਕੰਮ ਤੋਂ, ਤਾਂ ਇਸ ਸੱਭਿਆਚਾਰ ਨੂੰ, ਇਸ ਹੱਥ ਦੀ ਕਿਰਤ ਨੂੰ, ਇਹ ਕਲਾ ਹੈ, ਇਸ ਕਿਰਤ ਨੂੰ ਅੱਗੇ ਫਿਰ ਸਾਂਭੂਗਾ ਕੌਣ? ਫਿਰ ਤਾਂ ਬਾਜ਼ਾਰ ਦੇ ਵਿੱਚ ਮਸ਼ੀਨਾਂ ਆ ਜਾਣੀਆਂ ਨੇ, ਮਸ਼ੀਨਾਂ ਦੇ ਵਿੱਚ ਡਾਈ ਦੇ ਵਿੱਚ ਮਿੱਟੀ ਪਾਓਗੇ ਤੇ ਉਹੀ ਇੱਕ ਮੋਹਰ ਲੱਗੀ ਹੋਈ ਕਿਸੇ ਕੰਪਨੀ ਦੀ, ਉਹੀ ਭਾਂਡਾ ਜਿਹੜਾ ਮਿੱਟੀ ਦਾ ਹੈ ਉਹ ਤੁਹਾਨੂੰ ਡਾਈ ਦੇ ਰਾਹੀਂ ਮਸ਼ੀਨ ਦਾ ਬਣਾਇਆ ਹੋਇਆ ਮਿਲ ਜਾਣਾ। ਘੁਮਿਆਰ ਦਾ ਚੱਕ ਨਹੀਂ ਘੁੰਮਣਾ, ਘੁਮਿਆਰ ਦੀ ਮਿਹਨਤ ਨਹੀਂ ਹੋਣੀ। ਮਿੱਟੀ ਪੱਟਣ ਤੋਂ ਲੈ ਕੇ ਉਸ ਖੱਚਰ ਤੇ ਜਾਂ ਉਸ ਡੰਗਰ ਪਸ਼ੂ ਤੇ ਰੱਖ ਕੇ ਰੇੜੇ ਦੇ ਉੱਤੇ ਲਿਆਉਣ ਦੀ ਜਿਹੜੀ ਪਰੰਪਰਾ ਹੈ ਉਹ ਪਰੰਪਰਾ ਖਤਮ ਹੋ ਜਾਏਗੀ। ਸਲੂਟ ਹੈ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਹੇ। ਹਾਂ, ਤੁਸੀਂ ਕੁਝ ਕਹਿ ਰਹੇ ਸੀ, ਗੱਲ ਕੰਟੀਨਿਊ। ਮੈਂ ਉਹੀ ਗੱਲ ਕਰ ਰਿਹਾ ਸੀ, ਮੈਂ ਆਪਣੇ ਮਤਲਬ ਅਗਲੇ ਜਿਹੜੇ ਸਾਡੇ ਬੱਚੇ ਨੇ ਜੀ, ਉਹਨਾਂ ਨੂੰ ਵੀ ਅਸੀਂ ਇਸ ਕੰਮ ਨੂੰ ਸਿਖਾਉਣ ਵਾਸਤੇ ਮਤਲਬ ਬਹੁਤ ਮਿਹਨਤ ਕਰ ਰਹੇ ਹਾਂ, ਉਹਨਾਂ ਨੂੰ ਵੀ ਨਾਲ ਜੋੜ ਰਹੇ ਹਾਂ ਵੀ ਇਸ ਕੰਮ ਨੂੰ ਮਤਲਬ ਕਰੋ, ਭਾਵੇਂ ਥੋੜਾ ਕਰੋ, ਇਹ ਨਹੀਂ ਵੀ ਚਲੋ ਦਿਨ ਰਾਤ ਮਰ ਜਾਓ, ਨਹੀਂ, ਪਰ ਲੇਕਿਨ ਉਨਾ ਕਰੋ ਜਿੰਨਾ ਤੁਹਾਡੇ ਕੋਲ, ਪਰ ਭੁੱਲਣਾ ਨਹੀਂ, ਛੱਡਣਾ ਨਹੀਂ, ਕੰਮ ਕਰੋ। ਇਸ ਕਿੱਤੇ ਨੂੰ ਮਤਲਬ ਸਾਡੇ ਬਜ਼ੁਰਗਾਂ ਨੇ ਨਿਸ਼ਾਨੀਆਂ, ਸਾਡੇ ਬਜ਼ੁਰਗਾਂ ਦੇ ਸਾਰੇ ਇਹ ਸ਼ਾਸਤਰ ਜਿਹੜੇ ਹੈਗੇ ਨੇ ਕੰਮ ਕਰਨ ਦੇ, ਆਪਾਂ ਉਹਨਾਂ ਨੂੰ ਨਹੀਂ ਭੁੱਲਣਾ ਹੈਗਾ। ਉਹਨੂੰ ਅਸੀਂ ਇੱਦਾਂ ਹੀ ਮਤਲਬ ਉਹਨਾਂ ਦੀ ਸੋਚ ਨੂੰ ਜਿਉਂਦੇ ਜੀ, ਆਪਣੇ ਉਹਨਾਂ ਦੀਆਂ ਸੋਚਾਂ ਨੂੰ ਵੀ ਅਸੀਂ ਐਨ ਅੱਛੀ ਤਰ੍ਹਾਂ ਮਤਲਬ ਕਾਇਮ ਰੱਖਣਾ ਹੈਗਾ। ਇਹ ਉਹ ਉਦਯੋਗ ਨੇ, ਇਹ ਉਹ ਕਿੱਤੇ ਨੇ ਜਿਨ੍ਹਾਂ ਨੂੰ ਘਰੇਲੂ ਉਦਯੋਗ ਕਿਹਾ ਜਾਂਦਾ। ਸਰਕਾਰਾਂ ਇਹਨਾਂ ਦੇ ਉੱਤੇ ਲੋਨ ਵੀ ਦਿੰਦੀਆਂ ਨੇ, ਸਬਸਿਡੀਆਂ ਵੀ ਦਿੰਦੀਆਂ ਨੇ। GDP ਜਿਹੜੀ ਹੈ, ਸਕਲ ਘਰੇਲੂ ਉਦਯੋਗ ਜਿਹੜਾ ਹੈ, ਉਹ ਇਹ ਥਰੂ ਚੱਲਦਾ ਹੈ। ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਜਿਹੜੀ ਉਹ ਇਹਨਾਂ ਦੇ ਰਾਹੀਂ ਚੱਲਦੀ ਹੁੰਦੀ ਹੈ। ਕੋਈ ਹੁੰਗਾਰਾ ਦਿੱਤਾ ਜਾਂਦਾ ਕਿ ਨਹੀਂ ਦਿੱਤਾ ਜਾਂਦਾ ਵੀ ਤੁਸੀਂ ਕੰਮ ਕਰੋ, ਅਸੀਂ ਤੁਹਾਨੂੰ ਪ੍ਰਮੋਟ ਕਰਦੇ ਹਾਂ, ਤੁਹਾਡੇ ਇਹਨਾਂ ਬਰਤਨਾਂ ਦੀ ਪ੍ਰਦਰਸ਼ਨੀਆਂ ਲਾਉਂਦੇ ਹਾਂ, ਵੱਡੇ ਵੱਡੇ ਮੇਲੇ ਲੱਗਦੇ ਆ, ਚੰਡੀਗੜ੍ਹ 'ਚ ਵੀ ਲੱਗਦੇ ਆ ਆਪਣੇ ਮੇਲੇ, 17 ਸੈਕਟਰ ਵਾਲੇ ਗਰਾਊਂਡ ਦੇ ਵਿੱਚ, ਮੋਹਾਲੀ ਦੇ ਵਿੱਚ ਵੀ ਲੱਗਦੇ ਆ, ਦਿੱਲੀ ਦੇ ਵਿੱਚ ਵੀ ਲੱਗਦੇ ਆ। ਕੀ ਕਦੇ ਇੱਦਾਂ ਦੀ ਕੋਈ ਅਪਰੋਚ ਕਰਦੇ ਨੇ ਸਰਕਾਰਾਂ ਦੇ ਜਾਂ ਜਿਹੜੇ ਅਧਿਕਾਰੀ ਨੇ ਸਾਡੇ? ਦੇਖੋ ਜੀ, ਸੁਣਿਆ ਜੀ ਅਸੀਂ ਵੀ ਗੌਰਮੈਂਟ ਚੱਕ ਵੀ ਦਿੰਦੀ ਆ, ਫ੍ਰੀ ਦਿੰਦੀ ਆ ਘੁਮਾਰਾਂ ਨੂੰ ਕੰਮ ਕਰਨ ਵਾਸਤੇ, ਤੇ ਹੁਣ ਤਾਂ ਟੈਕਨੋਲੋਜੀ ਵੀ ਵੱਧ ਗਈ, ਕਰੇ ਮਸ਼ੀਨਾਂ ਵੀ ਦੇਣ ਲੱਗੀ ਹੁਣ ਤਾਂ ਗੌਰਮੈਂਟ। ਦੇਖੋ ਜੀ, ਸਾਡੇ ਤੱਕ ਤਾਂ ਹਾਲੇ ਤੱਕ ਕੋਈ ਐਸਾ ਆਇਆ ਨਹੀਂ ਜੀ, ਨਾ ਕਿਸੇ ਦਾ ਕੋਈ ਮੈਸੇਜ ਆਇਆ ਤੇ ਨਾ ਕੋਈ ਮਤਲਬ ਇਹੋ ਜਿਹਾ ਕੋਈ ਬੰਦਾ ਸਾਡੇ ਕੋਲ ਕੋਈ ਪਹੁੰਚਿਆ, ਅੱਜ ਤੱਕ ਤਾਂ ਕੋਈ ਆਇਆ ਨਹੀਂ ਹੈਗਾ। ਇੱਕ ਦੋ ਵਾਰੀ ਮੈਂ ਗੱਲ ਕੀਤੀ ਹੈ, ਆਪਣੇ ਚੰਡੀਗੜ੍ਹ ਗੱਲ ਕੀਤੀ ਆ, ਜਿਹੜੇ ਚੰਡੀਗੜ੍ਹ ਬਰਤਨ ਬਣਾਉਂਦੇ ਨੇ ਉਹਨਾਂ ਨਾਲ ਮੈਂ ਇੱਕ ਦੋ ਵਾਰੀ ਗੱਲ ਕੀਤੀ। ਉਹ ਕਹਿੰਦੇ ਨੇ ਜੀ ਜਦ ਤੱਕ ਤੁਸੀਂ 20-25 ਬੰਦੇ ਆਪਣਾ ਗਰੁੱਪ ਨਹੀਂ ਬਣਾ ਲੈਂਦੇ, ਜਦ ਤੱਕ ਉੱਥੇ ਤੁਸੀਂ ਆਪਣਾ ਕੋਈ ਫੰਕਸ਼ਨ ਨਹੀਂ ਕਰ ਦਿੰਦੇ, ਇਕੱਠੇ ਹੋ ਨਹੀਂ ਸਕਦੇ, ਉੱਥੇ 20-25 ਬੰਦੇ ਤੁਸੀਂ ਇਕੱਠੇ ਹੋਣਗੇ, ਸਾਡਾ ਕੋਈ ਉੱਥੇ ਮਤਲਬ ਅਧਿਕਾਰੀ ਆਊਗਾ ਉੱਥੇ, ਤਾਂ ਜਾ ਕੇ ਤੁਹਾਡੇ ਫਾਰਮ ਭਰਨਗੇ, ਤਾਂ ਤੁਹਾਨੂੰ ਕੋਈ ਸਕੀਮ ਦਿੱਤੀ ਜਾਵੇਗੀ। ਸਾਡੇ ਇੱਥੇ ਜੀ ਲਗਭਗ ਸਿਰਫ 4-5 ਘਰ ਹੈ ਸਾਡੇ, 4-5 ਹੀ ਮੈਂਬਰ ਹੈ ਜੀ ਟੋਟਲ। ਅਸੀਂ 20 ਬੰਦੇ ਹੁਣ ਤੱਕ ਇਕੱਠੇ ਕਰ ਨਹੀਂ ਸਕੇ, ਤੇ ਸਾਡੇ ਨਾਲ ਐਸਾ ਕੋਈ ਮਤਲਬ ਹੋਣੇ ਵੀ ਨਹੀਂ, 20 ਸਾਡੇ ਕੋਲ ਹੋਣੇ ਵੀ ਨਹੀਂ ਹੈਗੇ ਜੀ। ਇਹ ਤਕਨੀਕੀ ਗੱਲਾਂ ਨੇ, ਇਹ ਸਰਕਾਰ ਨੂੰ ਪਹੁੰਚਣਾ ਚਾਹੀਦਾ ਹੈ, ਕਿਉਂਕਿ ਇਹਨਾਂ ਨੂੰ ਨਹੀਂ ਪਤਾ ਕਿਹੜੇ ਫਾਰਮ ਕਿਵੇਂ ਭਰਨੇ ਆ, ਕਿਵੇਂ ਗਰੁੱਪ ਬਣਾਉਣਾ, ਗਰੁੱਪ ਬਣਾ ਕੇ ਕਿਵੇਂ ਫਿਰ ਉਹ ਚੀਜ਼ਾਂ ਦੀ ਅੱਗੇ ਪ੍ਰੋਸੈਸ ਸ਼ੁਰੂ ਕਰਨਾ। ਖਤਮ ਕਰਦੇ ਹਾਂ ਆਪਾਂ, ਅਖੀਰ ਦੇ ਵਿੱਚ ਜਾਂਦੇ ਆਪਾਂ ਗੱਲ ਕਰਦੇ ਹਾਂ। ਹਾਲਾਂਕਿ ਸਾਰਾ ਪ੍ਰੋਸੈਸ ਤੁਹਾਨੂੰ ਦਿਖਾਵਾਂਗੇ। ਸ਼ਾਮ ਦਾ ਵਕਤ ਇਸੇ ਕਰਕੇ ਆਇਆ ਕਿਉਂਕਿ ਦੀਵਿਆਂ ਦੀ ਲੌ ਜ਼ਿੰਦਗੀ ਦੀ ਰੌਸ਼ਨੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ, ਜਾਂ ਇੱਕ ਰਸਤਾ ਵਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਪ੍ਰੋਸੈਸ ਸਾਰਾ ਵਿਖਾਵਾਂਗੇ। ਚੱਕ ਤੁਹਾਨੂੰ ਵਿਖਾ ਦਿੱਤਾ, ਚੱਕ ਦੇ ਉੱਤੋਂ ਕਿਵੇਂ ਦੀਵੇ ਜਾਂ ਬਰਤਨ ਬਣਦੇ ਉਹ ਦਿਖਾਵਾਂਗੇ। ਫਿਰ ਅੱਗੇ ਇਹਨਾਂ ਦੇ ਪੱਕਣ ਦਾ ਪ੍ਰੋਸੈਸ ਜਿਹੜਾ ਉਹ ਵੀ ਕੈਮਰੇ ਦੀ ਅੱਖ ਨਾਲ ਦਿਖਾਵਾਂਗੇ। ਭਾਈ ਸਾਹਿਬ, ਜਾਂਦੇ ਜਾਂਦੇ ਤੁਹਾਡੇ ਵੱਲੋਂ ਜਿਹੜੇ ਤੁਸੀਂ ਮਿਹਨਤਕਸ਼ ਲੋਕ ਹੋ, ਮਿੱਟੀ ਨਾਲ ਮਿੱਟੀ ਹੋ ਕੇ ਮਿੱਟੀ ਦੇ ਵਿੱਚੋਂ ਇੰਨੀਆਂ ਖੂਬਸੂਰਤ ਘਾੜਤਾਂ ਕੱਢਦੇ ਹੋ ਜਿੱਦਾਂ ਕੁਦਰਤ ਨੇ ਜੀ ਬਣਾਏ ਨੇ ਸਾਰੇ ਸਮਾਜ ਦੇ ਲਈ ਦੀਵਾਲੀ ਦੇ ਮੌਕੇ ਉਹ ਸੁਨੇਹਾ, ਤਾਂ ਕਿ ਮੁੜ ਤੋਂ ਤੁਹਾਡੇ ਨਾਲ ਵੀ ਲੋਕਾਂ ਦੇ ਪਿਆਰ ਬਣਨ ਤੇ ਤੁਹਾਡੇ ਕਾਰੋਬਾਰ ਵੀ ਜਿਹੜੇ ਆ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਣ ਤੇ ਲੋਕ ਵੀ ਤੁਹਾਡੇ ਤੱਕ ਪਹੁੰਚ ਕਰਨ। ਤੁਹਾਡੇ ਵੱਲੋਂ ਕੋਈ ਸੁਨੇਹਾ? ਦੇਖੋ ਜੀ, ਸੁਨੇਹਾ ਤਾਂ ਮੈਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਇਹੀ ਦੇਣਾ ਚਾਹੁੰਦਾ ਜੀ। ਦੇਖੋ, ਬਾਕੀ ਤਾਂ ਸਮੇਂ ਦੇ ਮੁਤਾਬਕ ਸਭ ਕੁਝ ਦੇਖੋ ਬਦਲਦਾ ਤਾਂ ਜਾ ਰਿਹਾ ਹੀ ਹੈਗਾ ਜੀ, ਪਰ ਲੇਕਿਨ ਜਿੱਦਾਂ ਕਿ ਹੁਣ ਦੀਵਾਲੀ ਦਾ ਸਮਾਂ ਹੈ, ਇਸ ਸਮੇਂ 'ਤੇ ਇਹ ਜਿਹੜੇ ਛੋਟੇ ਆਪਣੇ ਦੀਪਕ ਜਲਾਏ ਜਾਂਦੇ ਨੇ, ਇਹ ਜ਼ਰੂਰ ਥੋੜ੍ਹੇ ਨਾ ਥੋੜ੍ਹੇ ਬਹੁਤੇ ਦੇਖੋ ਆਪਣੇ ਘਰ ਦੇ ਵਿੱਚ ਖਰੀਦੋ, ਲਿਆਓ, ਤਾਂ ਕਿ ਹਰ ਇੱਕ ਬੰਦੇ ਨੂੰ ਆਸ ਹੁੰਦੀ ਹੈ ਜੀ, ਸਾਰੇ ਬੱਚਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਦੀਵਾਲੀ ਦੀ ਜੀ, ਵੀ ਕੋਈ ਗਰੀਬ ਬੰਦਾ ਵੀ ਜੋ ਕੋਈ ਵੀ ਹੈਗਾ ਜੀ, ਦੇਖੋ ਕੰਮ ਮਿਹਨਤ ਮਿੱਟੀ ਦੀ ਦੀਵਾਲੀ ਦੀ ਆਸ 'ਤੇ ਕਰਦਾ ਹੈਗਾ ਜੀ, ਉਹ ਵੀ ਆਪਣੇ ਮਤਲਬ ਤਿਉਹਾਰ ਸਹੀ ਤਰੀਕੇ ਦੇ ਨਾਲ ਮਨਾ ਸਕਣ, ਆਪਣੇ ਬੱਚਿਆਂ ਨੂੰ ਖੁਸ਼ ਕਰ ਸਕਣ ਜੀ। ਠੀਕ ਹੈ ਜੀ, ਇਸ ਕਰਕੇ ਮੈਂ ਤਾਂ ਆਹੀ ਕਹਿੰਦਾ ਚਾਹੁੰਦਾ ਜੀ ਸਭ ਨੂੰ ਵੀ ਥੋੜ੍ਹੇ ਬਹੁਤੇ ਦੀਪਕ ਜ਼ਰੂਰ ਜਲਾਓ ਜੀ, ਆਪਣੇ ਘਰ ਦੀ ਵਿੱਚ ਜ਼ਰੂਰ ਖਰੀਦੋ ਜੀ।
ਥੋੜ੍ਹਾ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਵਾਇਸ ਆਫ ਪੰਜਾਬ ਟੀਵੀ ਵੱਲੋਂ, ਤੇ ਦੀਵਾਲੀ ਦੀਆਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਾਡੇ ਵੱਲੋਂ। ਦੀਵਾਲੀ ਤੁਹਾਡੇ ਪਰਿਵਾਰ ਲਈ ਤੇ ਤੁਹਾਡੇ ਕਾਰੋਬਾਰ ਲਈ ਇਸ ਵਾਰ ਚੰਗਾ ਸੁਨੇਹਾ ਲੈ ਕੇ ਆਵੇ। ਆਓ ਪਿਆਰੇ ਦਰਸ਼ਕੋ, ਇਸ ਗੱਲਬਾਤ ਨੂੰ ਇੱਥੇ ਖਤਮ ਕਰਦੇ ਹਾਂ, ਪਰ ਜਿਹੜੇ ਅਗਲੇਰੇ ਪ੍ਰੋਸੈਸ ਨੇ, ਭਾਂਡਿਆਂ ਦੇ ਪੱਕਣ ਦਾ ਪ੍ਰੋਸੈਸ ਤੁਹਾਨੂੰ ਵਿਖਾਉਂਦੇ ਹਾਂ। ਉਸ ਤੋਂ ਬਾਅਦ ਉਹਨਾਂ ਉੱਤੇ ਰੰਗਕਾਰੀ ਕਿਸ ਤਰੀਕੇ ਨਾਲ ਹੁੰਦੀ ਹੈ ਉਹ ਤੁਹਾਨੂੰ ਵਿਖਾਉਂਦੇ ਹਾਂ। ਇਸ ਰੌਸ਼ਨੀ ਦੇ ਵਿੱਚ, ਮੱਧਮ ਰੌਸ਼ਨੀ ਦੇ ਵਿੱਚ, ਰਾਤ ਦੇ ਹਨੇਰੇ ਦੇ ਵਿੱਚ ਤੁਹਾਨੂੰ ਇਹ ਜਿਹੜੇ ਉਗੜ ਕੇ ਦਿਸਦੇ ਹੋਏ ਰੰਗ, ਉਗੜ ਕੇ ਦਿਸਦੇ ਹੋਏ ਭਾਂਡੇ, ਪੱਕ ਕੇ ਆਉਂਦੇ ਹੋਏ ਭਾਂਡੇ ਆਵੇ ਦੇ ਵਿੱਚੋਂ, ਉਹ ਤੁਹਾਨੂੰ ਜ਼ਰੂਰ ਖੂਬਸੂਰਤ ਲੱਗਣਗੇ। ਪਿਆਰੇ ਦਰਸ਼ਕੋ, ਇਹ ਜਿਹੜੇ ਤੁਸੀਂ ਖੂਬਸੂਰਤ ਰੰਗਾਂ ਦੇ ਵਿੱਚ ਇਸ ਸਾਡੇ ਇਹਨਾਂ ਪ੍ਰਜਾਪਤੀਆਂ ਦੇ ਘਰੋਂ ਜਾਂਦੀਆਂ ਹੋਈਆਂ ਇਹ ਖੂਬਸੂਰਤ ਜਿਹੀਆਂ ਹਟੜੀਆਂ ਦੇਖ ਰਹੇ ਹੋ, ਇਹਨਾਂ ਨੂੰ ਪੰਜਾਬ ਦੇ ਕਿਸੇ ਇਲਾਕੇ ਦੇ ਵਿੱਚ ਮਾਲਵੇ ਦੇ ਵਿੱਚ ਹਟੜੀਆਂ ਕਿਹਾ ਜਾਂਦਾ ਹੈ, ਇੱਥੇ ਪੁਆਧ ਦੇ ਵਿੱਚ ਝਾਂਸੀ ਕਿਹਾ ਜਾਂਦਾ ਹੈ, ਕੋਈ ਇਸ ਨੂੰ ਸਾਂਝੀ ਵੀ ਕਹਿ ਜਾਂਦਾ। ਮਾਲਵੇ ਦੇ ਵਿੱਚ ਖਾਸ ਤੌਰ ਦੇ ਉੱਤੇ ਦੀਵਾਲੀ ਵਾਲੀ ਰਾਤ ਜਿਹੜਾ ਮੱਥਾ ਟੇਕਿਆ ਜਾਂਦਾ, ਉਹ ਮੱਥਾ ਇਹਨਾਂ ਹਟੜੀਆਂ, ਇਹਨਾਂ ਝਾਂਸੀਆਂ ਜਾਂ ਇਹਨਾਂ ਕਿਰਤਾਂ ਦੇ ਉੱਤੇ ਦੀਵੇ ਬਾਲ ਕੇ ਤੇ ਇਹਨਾਂ ਦੇ ਵਿੱਚ ਆਪਣੀ ਲੋੜ ਮੁਤਾਬਕ ਜਿਹੜਾ ਵੀ ਤੁਸੀਂ ਪ੍ਰਸ਼ਾਦ ਲਗਾਉਣਾ ਚਾਹੋ ਉਸ ਦੇ ਨਾਲ ਮੱਥਾ ਟੇਕਿਆ ਜਾਂਦਾ, ਤਾਂ ਜੋ ਘਰ ਦੇ ਵਿੱਚ ਤੰਦਰੁਸਤੀ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਜਿਹੜੀ ਇੱਕ ਅਰਦਾਸ ਹੈ ਉਹ ਕੀਤੀ ਜਾ ਸਕੇ। ਇਹ ਖੂਬਸੂਰਤ ਜੀਆਂ ਚੀਜ਼ਾਂ ਘੁਮਿਆਰਾਂ ਨੇ ਮਿੱਟੀ ਦੇ ਨਾਲ ਆਪਣੇ ਹੱਥਾਂ ਨਾਲ ਬਣਾਈਆਂ ਨੇ, ਪਰ ਹਾਲਾਂਕਿ ਚਾਈਨੀਜ਼ ਪ੍ਰੋਡਕਟ ਜਿਹੜੇ ਇੱਥੇ ਆਉਣ ਦਾ ਮਕਸਦ ਹੀ ਇਹ ਸੀ ਕਿ ਜਿਹੜਾ ਮਸ਼ੀਨੀਕਰਨ ਦਾ ਯੁੱਗ ਆ ਗਿਆ, ਜਿਹੜਾ ਚਾਈਨੀਜ਼ ਪ੍ਰੋਡਕਟ ਮਾਰਕੀਟ ਦੇ ਵਿੱਚ ਆ ਗਿਆ, ਸਟੀਲ ਦੀਆਂ ਇਹ ਕਿਰਤਾਂ ਵੀ ਆ ਗਈਆਂ ਨੇ ਬਾਜ਼ਾਰ ਦੇ ਵਿੱਚ, ਪਰ ਇਹ ਜੋ ਅਸਲ ਮਿੱਟੀ ਦਾ ਬਣੀ ਹੋਈ ਚੀਜ਼ ਹੈ ਉਸ ਦਾ ਆਪਣਾ ਹੀ ਇੱਕ ਕੁਦਰਤ ਨਾਲ ਲਗਾ ਸਾਨੂੰ ਸਾਹਮਣੇ ਦੇਖਣ ਨੂੰ ਮਿਲਦਾ। ਵੇਖੋ ਥੋੜ੍ਹਾ ਵਾਇਸ ਆਫ ਪੰਜਾਬ ਟੀਵੀ ਦੇ ਕੈਮਰੇ ਦੀ ਅੱਖ ਰਾਹੀਂ ਖੂਬਸੂਰਤ ਜਿਹੇ ਰੰਗਾਂ ਦੇ ਵਿੱਚ ਦੀਵਾਲੀ ਵਾਲੇ ਦਿਨ ਮੱਥਾ ਟੇਕੇ ਜਾਣ ਵਾਲਾ ਹਟੜੀ ਦਾ ਉਹ ਪਿਆਰਾ ਜਿਹਾ ਬਣਿਆ ਹੋਇਆ ਪ੍ਰਤੀਕ। ਕਰਤਾਰ ਭਾਜੀ ਹੋਰੀ ਸਾਡੇ ਨਾਲ ਨੇ। ਇੱਕ ਪ੍ਰੋਸੈਸ ਤੁਹਾਨੂੰ ਦਿਖਾਇਆ ਜਿਸ ਦੇ ਵਿੱਚ ਮਿੱਟੀ ਗੁੰਨਣ ਤੋਂ ਬਾਅਦ ਚੱਕ ਦੇ ਉੱਤੇ ਧਰ ਕੇ ਤੇ ਇਹਨਾਂ ਨੇ ਬਰਤਨ ਦਾ ਜਿਹੜਾ ਕੱਚਾ ਰੂਪ ਹੈ ਉਹ ਤਿਆਰ ਕੀਤਾ। ਇਸ ਤੋਂ ਬਾਅਦ ਅਸੀਂ ਜਿੱਥੇ ਖੜੇ ਹਾਂ, ਇਸ ਨੂੰ ਠੇਠ ਪੰਜਾਬੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਆਵਾ। ਆਵਾ ਹੀ ਕਿਹਾ ਜਾਂਦਾ ਜੀ? ਹਾਂਜੀ, ਬਿਲਕੁਲ। ਕਰਤਾਰ ਵੀਰੇ, ਆਵਾ ਕੀ ਹੁੰਦਾ ਹੈ ਤੇ ਆਵੇ ਦਾ ਕੀ ਰੋਲ ਹੈ? ਆਵੇ ਤੋਂ ਬਿਨਾਂ ਕੀ ਭਾਂਡਾ ਬਣ ਸਕਦਾ ਜਾਂ ਨਹੀਂ ਬਣ ਸਕਦਾ, ਜਾਂ ਫਿਰ ਆਵੇ ਦੇ ਵਿੱਚ ਭਾਂਡੇ ਪੱਕਦੇ ਕਿਵੇਂ ਨੇ? ਦੇਖੋ ਜੀ, ਹੁਣ ਤਾਂ ਖੈਰ ਕਹਿਣ ਲੱਗੇ ਵੀ ਸਰਕਾਰ ਵੱਲੋਂ ਤਾਂ ਕੋਈ ਬਿਜਲੀ ਦੀਆਂ ਮਸ਼ੀਨਾਂ ਵੀ ਆ ਗਈਆਂ ਨੇ, ਪਰ ਉਹਨਾਂ ਸਾਡੇ ਕੋਲ ਤਾਂ ਹੁਣ ਤੱਕ ਆਈਆਂ ਨਹੀਂ ਜੀ। ਸਾਡੇ ਕੋਲ ਤਾਂ ਜੋ ਪੁਰਾਣਾ ਆਪਣੇ ਮਤਲਬ ਬਜ਼ੁਰਗਾਂ ਦਾ ਹੀ ਸਿਸਟਮ ਚੱਲਦਾ ਰਿਹਾ ਆਵੇ ਵਾਲਾ ਜੀ, ਅਸੀਂ ਤਾਂ ਉਹੀ ਯੂਜ਼ ਕਰ ਰਹੇ ਹਾਂ ਜੀ। ਹੁਣ ਤਾਂ ਇਹਦੇ ਵਿੱਚ ਅਸੀਂ ਪਾਥੀਆਂ ਮਤਲਬ ਲਗਾ ਕੇ ਨਾ ਥੱਲੇ ਜੀ, ਉਹਦੇ 'ਤੇ ਬਰਤਨ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਢੱਕ ਕੇ ਇੱਕ ਸਾਈਡ ਤੋਂ ਅੱਗ ਲਾ ਦਿੰਦੇ ਆ ਜੀ ਉਹਨੂੰ, ਤੇ ਆਪਣਾ 2 ਦਿਨ ਵਿੱਚ ਉਹ ਆਪਣਾ ਪੱਕ ਜਾਂਦੇ ਨੇ ਜੀ। ਹੁਣ ਉਹ ਦਿਖਾਓ ਫਿਰ ਪੱਕੇ ਹੋਏ ਭਾਂਡੇ ਕਿਸ ਤਰ੍ਹਾਂ ਦੇ ਨਜ਼ਰ ਆਉਂਦੇ ਨੇ ਤੇ ਕਿਵੇਂ ਚੱਕਦੇ ਹੋ? ਤੇ ਅਸੀਂ ਗੋਹਿਆਂ ਦੇ ਦੇਖ ਸਕਦੇ ਹੋ ਪਿਆਰੇ ਦਰਸ਼ਕੋ ਕਿ ਇਹ 2 ਦਿਨ ਭਾਂਡੇ ਪਕਾਏ ਗਏ, ਦੀਵੇ, ਕੁੱਜੀਆਂ, ਚੱਕਰੀਆਂ, ਛੋਟੀਆਂ ਜੋ ਵੀ ਨੇ। ਪਹਿਲਾਂ ਇਹਨਾਂ ਨੂੰ ਇਹਦੇ ਉੱਤੇ ਟਿਕਾਇਆ ਗਿਆ, ਮਿੱਟੀ ਦੇ ਬਣਾਏ ਹੋਏ ਜਿਹੜੇ ਚੱਕ ਤੋਂ ਲਾਏ ਹੋਏ, ਪਹਿਲਾਂ ਉਹਨਾਂ ਨੂੰ ਥੋੜ੍ਹਾ ਜਿਹਾ ਸੁਕਾਇਆ ਗਿਆ। ਛਾਂ ਦੇ ਵਿੱਚ ਸੁਕਾਇਆ ਜਾਂਦਾ, ਧੁੱਪ ਦੇ ਵਿੱਚ ਨਹੀਂ, ਕਿਉਂਕਿ ਧੁੱਪ ਦੇ ਵਿੱਚ ਮਿੱਟੀ ਤਿੜਕ ਜਾਂਦੀ ਹੈ, ਭੁਰ ਜਾਂਦੀ ਹੈ। ਛਾਂ ਦੇ ਵਿੱਚ ਸੁਕਾਇਆ ਗਿਆ। ਉਸ ਤੋਂ ਬਾਅਦ ਇੱਥੇ ਚਿਣਿਆ ਗਿਆ। ਚਿਣਨ ਤੋਂ ਬਾਅਦ ਪਾਥੀਆਂ ਜਾਂ ਹੋਰ ਅੱਗ ਲੱਗਣ ਵਾਲਾ ਲੋਗੜ ਪਿਆ, ਖਾਸ ਤੌਰ ਦੇ ਉੱਤੇ ਰੂੰ ਕਿਹਾ ਜਾਂਦਾ, ਰੂਈ ਜਿਹੜੀ ਹੈ ਨਾ, ਗਲਾਸ ਫੁੱਲ, ਉਸ ਨੂੰ ਉੱਤੇ ਲਗਾ ਕੇ ਇਸ ਨੂੰ 2 ਦਿਨ ਦੇ ਲਈ ਪਕਾਇਆ ਜਾਂਦਾ। ਪਹਿਲਾਂ ਤੇਜ਼ ਆਂਚ, ਫਿਰ ਮੱਠੀ ਆਂਚ, ਫਿਰ ਹੌਲੀ ਧੁਖਦੀ ਆਂਚ ਠੰਡੀ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਵੇਂ ਕਿਹਾ ਜਾਂਦਾ ਨਾ ਵੀ ਜੇ ਯਾਰੀ ਵੀ ਲਾਈਏ ਤਾਂ ਟੁਣਕਾ ਕੇ, ਤੇ ਜੇ ਬਰਤਨ ਖਰੀਦੀਏ, ਭਾਂਡਾ ਖਰੀਦੀਏ ਤੇ ਉਹ ਵੀ ਟੁਣਕਾ ਕੇ। ਇਹ ਹੈ ਜੀ, ਇਹ ਟੁਣਕਾਹਟ ਬਹੁਤ ਮਿਹਨਤ ਨਾਲ ਪੈਦਾ ਹੁੰਦੀ ਹੈ। ਇਸ ਵਕਤ ਇਹ ਤਿਆਰ ਹੋ ਚੁੱਕਿਆ ਹੈ। ਇਸ ਤੋਂ ਅਗਲੀ ਜਿਹੜੀ ਇਸ ਦੀ ਸਜਾਵਟ ਹੈ, ਉਹ ਸਜਾਵਟ ਆਓ ਤੁਹਾਨੂੰ ਵਿਖਾਉਂਦੇ ਹਾਂ। ਮਤਲਬ ਇਹ ਹੈ ਕਿ ਇਹ ਸਿਰਫ ਮਿੱਟੀ ਦਾ ਕੁੱਲੜ, ਮਿੱਟੀ ਦਾ ਭਾਂਡਾ, ਮਿੱਟੀ ਦਾ ਕੁੱਜਾ, ਮਿੱਟੀ ਦਾ ਦੀਵਾ ਨਹੀਂ, ਬਲਕਿ ਇਸ ਦੇ ਵਿੱਚ ਜ਼ਿੰਦਗੀ ਧੜਕਦੀ ਹੈ। ਮਹਿਸੂਸ ਕਰਨ ਵਾਲੇ ਹੋਣੇ ਚਾਹੀਦੇ ਹੋ। ਆਓ ਵਿਖਾਉਂਦੇ ਹਾਂ ਅਗਲਾ ਪ੍ਰੋਸੈਸ। ਵਕਤ ਭਾਵੇਂ ਦਿਨ ਦਾ ਹੋਵੇ, ਭਾਵੇਂ ਰਾਤ ਦਾ ਹੋਵੇ, ਭਾਵੇਂ ਅੱਧੀ
ਦੁਪਹਿਰ ਦਾ ਸਿਖਰ ਤਿੱਖੜ ਦੁਪਹਿਰ ਜਿਹਨੂੰ ਕਹਿੰਦੇ ਉਹ ਹੋਵੇ, ਕਿਰਤੀਆਂ ਕਿਰਤ ਕਮਾਵਣੀ। ਰਾਤ ਦਾ ਵਕਤ ਹੈ, ਠੰਡ ਦਾ ਵਕਤ ਹੈ, ਦੀਵਾਲੀ ਦੇ ਵਿੱਚ ਜਿੱਦਾਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਕੁਝ ਘੰਟੇ ਬਾਕੀ ਰਹਿ ਗਏ ਨੇ, ਪਰ ਜਿਨ੍ਹਾਂ ਨੇ ਕਿਰਤ ਕਰਨੀ ਆ ਉਹ ਕਿਰਤੀ ਆਪਣਾ ਕਰਮ ਕਮਾਉਂਦੇ ਹੋਏ ਲਗਾਤਾਰ ਲੱਗੇ ਹੋਏ ਨੇ। ਦੇਖ ਸਕਦੇ ਹੋ ਕਿ ਇਹ ਉਹ ਬਰਤਨ ਤਿਆਰ ਨੇ, ਦੀਵੇ ਤਿਆਰ ਨੇ, ਕੁੱਜੇ ਤਿਆਰ ਨੇ, ਜਿਨ੍ਹਾਂ ਨੇ ਦੀਵਾਲੀ ਦੇ ਤਿਉਹਾਰ ਦੇ ਵਿੱਚ, ਦੁਸ਼ਹਿਰੇ ਦਾ ਤਿਉਹਾਰ ਨਿਕਲ ਗਿਆ, ਕਰੂਏ ਦੇ ਤਿਉਹਾਰ ਨਿਕਲ ਗਏ, ਗੜਬੜੇ ਚੱਕਰੀਆਂ ਉਹ ਤਿਉਹਾਰ ਨਿਕਲ ਗਏ। ਹੁਣ ਦੀਵਾਲੀ ਦੇ ਤਿਉਹਾਰ ਦੇ ਉੱਤੇ ਇਹਨਾਂ ਲੋਕਾਂ ਦੀਆਂ ਉਮੀਦਾਂ ਤੇ ਆਸਾਂ ਟਿਕੀਆਂ ਹੋਈਆਂ ਨੇ, ਤਾਂ ਹੀ ਦੇਰ ਰਾਤ ਤੱਕ ਲਗਾਤਾਰ ਜਿਹੜੀ ਕਿਰਤ ਹੈ ਉਹ ਕਿਰਤ ਕਮਾਈ ਜਾ ਰਹੀ ਹੈ, ਤਾਂ ਜੋ ਕਿਰਤ ਦੀ ਕਮਾਈ ਦੇ ਵਿੱਚੋਂ ਜੇਬ ਦੀ ਕਮਾਈ ਹੈ ਜਿਹੜੀ ਥੋੜ੍ਹੀ ਉਹ ਵੀ ਹੋ ਸਕੇ। ਬਜ਼ੁਰਗੋ, ਕੀ ਨਾਂ ਤੁਹਾਡਾ ਜੀ? ਰਾਮ ਸਿੰਘ ਆ ਜੀ। ਰਾਮ ਸਿੰਘ ਜੀ, ਕਿੰਨੀ ਕੁ ਦੇਰ ਹੋ ਗਈ ਇਹ ਕੰਮ ਕਰਦਿਆਂ ਨੂੰ ਤੁਹਾਨੂੰ? ਹੋ ਗਏ ਜੀ 30-40 ਸਾਲ। ਤੁਹਾਡੇ ਬਜ਼ੁਰਗ ਵੀ ਇਹੀ ਕੰਮ ਕਰਦੇ ਸੀ? ਹਾਂ। ਪਹਿਲਾਂ ਨਾਲੋਂ ਤੇ ਹੁਣ ਦੀਆਂ ਕਮਾਈਆਂ ਦਾ ਕਿੰਨਾ ਕੁ ਫਰਕ ਪਿਆ? ਪਹਿਲਾਂ ਤਾਂ ਕਿਉਂਕਿ ਸਾਰੇ ਹੀ ਦੀਵੇ ਬਾਲਦੇ ਸੀ, ਘਿਓ ਦੇ ਦੀਵੇ, ਫਿਰ ਸਰੋਂ ਦੇ ਤੇਲ ਦੇ ਦੀਵੇ, ਕੁੱਜੇ ਝੱਕਰੀਆਂ ਵੀ ਵਰਤਦੇ ਸੀ, ਘੜੇ ਵੀ ਵਰਤਦੇ ਸੀ। ਹੁਣ ਕਿੰਨਾ ਕੁ ਫਰਕ ਪਿਆ? ਪਹਿਲੇ ਦੇ ਟਾਈਮ ਦੇ ਤੇ ਹੁਣ ਦੇ ਟਾਈਮ ਦਾ ਕਿੰਨਾ ਕੁ ਫਰਕ ਹੈ ਤੁਹਾਡੀ ਮਿਹਨਤ ਦਾ? ਪਹਿਲਾਂ ਠੀਕ ਹੋਤੀ ਜੀ। ਇਹ ਤੋਂ ਬਸ 10 ਪੀਸ ਲੈ ਆਲਾ, ਦਸਾਂਗੇ 10 ਰੁਪਏ ਪੜਾ ਜਾ। ਅੱਗੇ ਤੋਂ 100 ਦੀਵੇ ਦੇਣੇ ਅਗਲੇ। ਅੱਗੇ ਵੱਧ ਦੀਵੇ ਲੈਂਦੇ ਸੀ? 100 ਹੁਣ ਕਿਆ ਲੈਣ ਲੱਗੇ? ਮਤਲਬ ਹੁਣ ਦੀਵਿਆਂ ਦੀ ਜਗ੍ਹਾ ਤੇ ਲੋਕ ਕਿਆ ਵਰਤਣ ਲੱਗੇ ਜੀ? ਮੋਮਬੱਤੀਆਂ ਜੀ। ਉਹ ਜਿਹੜੀਆਂ ਲੜੀਆਂ ਆਉਂਦੀਆਂ ਹਾਂ ਜੀ, ਹਾਂ ਚਾਈਨੀਜ਼, ਹਾਂ ਲੜੀਆਂ ਬਿਜਲੀ ਦੀ, ਇਹਦੀ ਇਕੇ ਕਰਕੇ ਦੀਵਿਆਂ ਦੀ ਘਾਟ ਹੋ ਗਈ। ਹਾਂ ਜੀ, ਹਾਂ। ਆ ਦੇਖੋ, ਇਹ ਵੀ ਇੱਕ ਦੁੱਖ ਹੈ, ਇੱਕ ਦਰਦ ਹੈ। ਕਹਿੰਦੇ ਪਹਿਲਾਂ 100 ਦੀਵਾ ਪ੍ਰਤੀ ਘਰ ਲੈ ਕੇ ਜਾਂਦਾ ਸੀ, ਪਰ ਹੁਣ 10 ਰੁਪਏ ਦੇ 10 ਦੀਵੇ ਲੈ ਜਾਂਦੇ ਆ। ਤੇ ਇੱਕ ਸ਼ਗਨ ਦੀ ਪੂਰਤੀ ਹੈ, ਜਿਹੜੀ ਖਾਨਾ ਪੂਰਤੀ ਜਿਹਨੂੰ ਕਹਿ ਸਕਦੇ ਆ, ਉਹ ਖਾਨਾ ਪੂਰਤੀ ਉਹ ਕਰਦੇ ਆ ਅਸੀਂ ਆਪਣੇ ਤਿਉਹਾਰਾਂ ਦੇ ਵਿੱਚ। ਨਾ ਤਾਂ ਇਹਨਾਂ ਦੀ ਕਿਰਤ ਇਹਨਾਂ ਕੋਲ ਪੂਰੀ ਪਹੁੰਚਦੀ ਹੈ, ਨਾ ਇਹਨਾਂ ਦੀ ਮਿਹਨਤ ਦਾ ਮੁੱਲ ਮੁੜਦਾ ਹੈ, ਤੇ ਨਾ ਹੀ ਅਸੀਂ ਆਪਣੇ ਉਹ ਜਿਹੜੇ ਸ਼ਗਨ, ਆਪਣੀਆਂ ਉਹ ਤਿਉਹਾਰ ਹੈ ਜਿਹੜੇ, ਉਹਨਾਂ ਨੂੰ ਸਹੀ ਤਰੀਕੇ ਨਾਲ ਮਨਾ ਪਾਉਂਦੇ ਆ। ਬਸ ਕੁਝ ਇੱਕ ਰਸਮੀ ਕਾਰਵਾਈਆਂ ਜੀਆਂ ਜਾਂ ਰਸਮਾਂ ਜੀਆਂ ਰਹਿ ਗਈਆਂ, ਜਿਨ੍ਹਾਂ ਦੇ ਆਲੇ ਦੁਆਲੇ ਸਾਰਾ ਤਾਣਾ ਬਾਣਾ ਜਿਹੜਾ ਉਲਝ ਕੇ ਕਿਤੇ ਰਹਿ ਗਿਆ। ਵੇਖਾਂਗੇ ਕਿ ਇਹਨਾਂ ਕਿਰਤੀਆਂ ਦੀ ਕਿਰਤ ਦਾ ਮੁੱਲ ਕਦੋਂ ਪੈਣਾ ਸ਼ੁਰੂ ਹੋਏਗਾ, ਕਿਉਂਕਿ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਵੀ ਸੰਘਰਸ਼ਾਂ ਦੇ ਰਾਹ ਤੇ ਪਿਆ ਹੋਇਆ। ਦੀਵਾਲੀ ਦਾ ਤਿਉਹਾਰ ਆਉਣ ਵਾਲਾ, ਵੇਖਾਂਗੇ ਕਿ ਦੀਵਾਲੀਆਂ ਜਿਹੜੀਆਂ ਨੇ ਉਹ ਕਿਸ ਤਰੀਕੇ ਨਾਲ ਮਨਾਈਆਂ ਜਾਣਗੀਆਂ, ਇਹਨਾਂ ਘੁਮਿਆਰਾਂ ਦੁਆਰਾ, ਇਹਨਾਂ ਪ੍ਰਜਾਪਤੀਆਂ ਦੁਆਰਾ, ਤੇ ਕਿਸਾਨ ਮਜ਼ਦੂਰਾਂ ਤੇ ਸਾਰੇ ਹਿੰਦੁਸਤਾਨ ਦੇ ਤੇ ਸਾਰੇ ਪੰਜਾਬ ਦੇ ਲੋਕਾਂ ਦੁਆਰਾ। ਕੋਈ ਇੱਕ ਪਰਿਵਾਰ ਨਹੀਂ, ਬਲਕਿ ਪਰਿਵਾਰਾਂ ਦੇ ਪਰਿਵਾਰ ਨੇ ਜਿਹੜੇ ਇਸ ਪਿਤਾ ਪੁਰਖੀ ਕਿੱਤੇ ਦੇ ਨਾਲ ਜੁੜੇ ਹੋਏ ਆ, ਜਿਸ ਨੂੰ ਘੁਮਿਆਰੀ ਦਾ ਕਿੱਤਾ ਜਾਂ ਵੈਸੇ ਪ੍ਰਜਾਪਤੀ ਭਾਈਚਾਰਾ ਕਿਹਾ ਜਾਂਦਾ ਹੈ। ਜਿਹੜੇ ਤੁਹਾਨੂੰ ਜਿੱਦਾਂ ਪਹਿਲਾਂ ਸਾਰਾ ਵਿਸਥਾਰ ਸਹਿਤ ਦੱਸ ਚੁੱਕੇ ਹਾਂ ਕਿ ਜਿਨ੍ਹਾਂ ਦਾ ਅਸਲ ਕੰਮ ਮਿੱਟੀ ਦੇ ਬਰਤਨ ਬਣਾਉਣਾ, ਪਰ ਅੱਜ ਕਿਉਂਕਿ ਦੀਵਾਲੀ ਦਾ ਤਿਉਹਾਰ ਨੇੜੇ ਹੈ, ਇਸ ਕਰਕੇ ਦੀਵਿਆਂ ਅਤੇ ਦੀਵਿਆਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਬਾਰੇ ਗੱਲਬਾਤ ਕਰਨ ਪਹੁੰਚੇ ਸੀਗੇ। ਇੱਕ ਹੋਰ ਪਰਿਵਾਰ ਸਾਡੇ ਨਾਲ ਹੈ ਜਿਹੜਾ ਇਸ ਕਿੱਤੇ ਨਾਲ ਜੁੜਿਆ। ਕੀ ਨਾਂ ਭਾਈ ਸਾਹਿਬ ਤੁਹਾਡਾ ਜੀ? ਕਰਨੈਲ ਸਿੰਘ ਜੀ। ਕਰਨੈਲ ਜੀ, ਤੁਸੀਂ ਵੀ ਪਿਤਾ ਪੁਰਖੀ ਕਿੱਤਾ ਕਰਦੇ ਹੋ? ਤੁਹਾਡੇ ਪਿਤਾ ਜੀ ਵੀ ਇਹੀ ਕੰਮ ਕਰਦੇ? ਜੀ, ਸਾਡੇ ਬਜ਼ੁਰਗਾਂ ਤੋਂ ਕਰਦੇ ਆਏ ਸਰ ਜੀ। ਬਹੁਤ ਪੁਰਾਣਾ ਸਮਾਂ ਨਿਕਲ ਗਿਆ ਜੀ, ਮਤਲਬ ਕਿ ਪੁਰਾਣੇ ਬਜ਼ੁਰਗਾਂ ਤੋਂ ਅਸੀਂ ਕੰਮ ਕਰਦੇ ਆ ਰਹੇ ਆ ਜੀ। ਇਹ ਪੁਰਾਣੇ ਸਮੇਂ ਤੋਂ ਲੈ ਕੇ ਤੁਹਾਡੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਤੁਸੀਂ ਇਹ ਕਿੱਤਾ ਦੇਖਿਆ। ਤੁਹਾਡੇ ਬਜ਼ੁਰਗ ਵੇਚਦੇ ਸੀ, ਦਾਦਾ ਵੇਚਦੇ ਹੋਣਗੇ, ਤੁਸੀਂ ਆਪ ਵੇਚਦੇ ਰਹੇ। ਅੱਜ ਦੇ ਟਾਈਮ 'ਚ ਆ ਕੇ ਕਿੰਨਾ ਫਾਇਦਾ ਹੋਇਆ, ਕਿੰਨਾ ਨੁਕਸਾਨ ਹੋਇਆ, ਕਿੰਨਾ ਕੁ ਮਹਿੰਗੇ ਵਿਕਦੇ ਨੇ ਜਾਂ ਸਸਤੇ ਵਿਕਦੇ ਨੇ, ਜਾਂ ਕਮਾਈ ਘਟੀ ਹੈ ਜਾਂ ਵਧੀ ਹੈ? इस तरह सर जी बात है, मतलब कि जी पहले जिस तरह मिट्टी के बर्तन की बहुत पुछ थी जी, मतलब कि साढ़े बजुर्गों टाइम भी थोड़ा जा समय साढ़े टाइम भी जी, आज तो कोई 5-10 साल पहला सर बहुत मतलब कि पिंडा विच पुछ सी समान दी जी। इब सर जी इस करके हुण थोड़ा कम हो गया जी। एक तो चाइनीज समान आ गया सर जी, बहुत लड़ियाँ हो गई जी, मोमबत्तियाँ हो गई सर। इस करके साढ़े दीवियाँ की या मतलब कि साढ़े बर्तन की बहुत पुछ घट गई जी, क्योंकि फैंसी समान करके थोड़ा मिट्टी के बर्तन नूं लेना नहीं चाहते सर जी। कोई मतलब एक घट वो हो गई जी, बहुत ज़्यादा पहला ते घट कमाई वाला काम रह गया। जी 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 जी। किवें बचा सकते हो इस काम नूं फिर? ਇਸ ਨੂੰ ਸਰ ਜੀ ਕਿਸ ਤਰ੍ਹਾਂ ਬਚਾਵਾਂਗੇ ਜੀ, ਮਤਲਬ ਕਿ ਆਪਣਾ ਕਿੱਤਾ ਤਾਂ ਅਸੀਂ ਕਰੇ ਰਹੇ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ। ਅੱਗੇ ਅਸੀਂ ਛੋਟੇ ਛੋਟੇ ਆਪਣੇ ਬੱਚੇ ਉਹਨਾਂ ਨੂੰ ਵੀ ਸਿਖਾ ਰਹੇ ਕਿ ਜਿਹੜੀ ਸਾਡੀ ਮਤਲਬ ਕਿ ਪੁਰਾਣੀ ਰੀੜ ਹੈ ਜੀ ਉਹ ਛੱਡ ਨਹੀਂ ਸਕਦੇ ਜੀ ਅਸੀਂ, ਕਿਉਂਕਿ ਚਾਹੇ ਮਤਲਬ ਕਿ ਕੁਝ ਵੀ ਹੋਏ। ਇਸ ਕਰਕੇ ਸਰ ਵੀ ਮਤਲਬ ਕਿ ਬਹੁਤ ਪਰੇਸ਼ਾਨੀ ਹੋ ਰਹੀ ਹੈ ਇਸੇ ਮਸਲੇ ਕੇ ਵਿੱਚ ਮਾ ਜੀ, ਕਿਉਂਕਿ ਮਤਲਬ ਕਿ ਪਹਿਲਾਂ ਜਿਸ ਤਰ੍ਹਾਂ ਉਹ ਨਹੀਂ ਚੀਜ਼ ਰਹੀ, ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਸੱਚਮੁੱਚ ਪਹਿਲਾਂ ਵਾਲੀਆਂ ਗੱਲਾਂ ਤਾਂ ਕਈ ਸਾਰੀਆਂ ਚੀਜ਼ਾਂ 'ਚੋਂ ਖਤਮ ਹੋ ਗਈਆਂ, ਪਰ ਫਿਰ ਵੀ ਆਸ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਵਰਗੇ ਪਰਿਵਾਰ
ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਵੀ ਲੱਗੇ ਹੋਏ ਨੇ। ਇੱਕ ਉਮੀਦ ਦੀ ਕਿਰਨ ਬਾਹਰ ਆਵੇ। ਸਰਕਾਰਾਂ ਦੀਆਂ ਜਿਹੜੀਆਂ ਸਕੀਮਾਂ ਨੇ ਲਘੂ ਉਦਯੋਗਾਂ ਦੀਆਂ ਉਹ ਇਹਨਾਂ ਤੱਕ ਪਹੁੰਚਣ, ਸਰਕਾਰਾਂ ਇਹਨਾਂ ਤੱਕ ਆਪ ਪਹੁੰਚ ਕਰਨ ਤਾਂ ਕਿ ਇਹਨਾਂ ਦਾ ਹੌਸਲਾ ਵਧਾਇਆ ਜਾ ਸਕੇ ਤੇ ਇਹਨਾਂ ਦੇ ਜਿਹੜੇ ਕਾਰੋਬਾਰ ਨੇ ਖਾਸ ਤੌਰ ਦੇ ਉੱਤੇ ਜਿਹੜੇ ਤਿਉਹਾਰਾਂ ਦੇ ਰੁੱਤ ਦੇ ਉੱਤੇ ਨਿਰਭਰ ਕਰਦੇ ਆ ਜਾਂ ਗਰਮੀਆਂ ਦੀ ਰੁੱਤ ਦੇ ਉੱਤੇ ਨਿਰਭਰ ਕਰਦੇ ਆ, ਇਹਨਾਂ ਦੇ ਜਿਹੜੇ ਕਾਰੋਬਾਰ ਨੇ ਉਹ ਚੱਲ ਸਕਣ ਤਾਂ ਜੋ ਅਸੀਂ ਇਸ ਵਿਰਸੇ ਨੂੰ, ਅਸੀਂ ਇਸ ਵਿਰਾਸਤ ਨੂੰ, ਅਸੀਂ ਆਪਣੀ ਇਸ ਕਲਾ ਨੂੰ ਜਿਹੜੀ ਹੈ ਉਹ ਜਿਉਂਦਾ ਰੱਖ ਕੇ ਪੂਰੀ ਦੁਨੀਆ ਦੇ ਸਾਹਮਣੇ ਲਗਾਤਾਰ ਦਿਖਾਉਂਦੇ ਰਹੀਏ। ਆ ਦੇਖੋ ਭੈਣ ਜੀ ਆਪ ਲੱਗੇ ਹੋਏ ਨੇ ਆਪਣੇ ਹੱਥਾਂ ਨਾਲ ਇਹਨਾਂ ਬਣਾਈਆਂ ਹੋਈਆਂ ਕਿਰਤੀਆਂ ਨੂੰ ਆਖਰੀ ਛੂਹਾਂ ਦੇ ਰਹੇ ਨੇ। ਇਹਨਾਂ ਦੇ ਬੱਚੇ ਨਾਲ ਲੱਗੇ ਹੋਏ ਨੇ। ਆਓ ਗੱਲਬਾਤ ਕਰਦੇ ਹਾਂ। ਬੱਚੇ ਕੀ ਨਾਮ ਹੈ ਜੀ ਤੁਹਾਡਾ? ਗੁਰਵਿੰਦਰ ਸਿੰਘ ਜੀ। ਤੁਹਾਡਾ? ਨੀਰਜ ਕੁਮਾਰ। ਪੜ੍ਹਦੇ ਹੋ ਦੋਨੇ? ਹਾਂਜੀ। ਕਿਹੜੀ ਕਲਾਸ ਚੋਂ? 11ਵੀਂ ਚ ਜੀ। ਮੈਂ 8th। ਗੁਰਵਿੰਦਰ ਤੁਹਾਡਾ ਇਹ ਆਪਣਾ ਕੰਮ ਹੈ, ਤੁਹਾਡੇ ਡੈਡੀ ਦਾ ਕੰਮ ਹੈ ਤੇ ਤੁਹਾਡਾ ਨੀਰਜ? ਤੁਸੀਂ ਇਹ ਦੱਸੋ, ਵੈਸੇ ਤਾਂ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਮੁੰਡੇ ਨੇ, ਬੱਚੇ ਨੇ ਤੁਹਾਡੇ ਵਰਗੇ, ਉਹ ਆਪਣੇ ਘਰਾਂ 'ਚ ਕੰਮ ਕਰਕੇ ਰਾਜੀ ਨਹੀਂ ਹੈ। ਜਿਹੜੇ ਖੇਤੀਬਾੜੀ ਵਾਲੇ ਨੇ ਉਹ ਵੀ ਖੇਤੀਬਾੜੀ ਕਰਕੇ ਰਾਜੀ ਨਹੀਂ ਹੈ। ਜਿਹੜਾ ਕੋਈ ਦੁਕਾਨਦਾਰ ਦਾ ਬੱਚਾ ਉਹ ਦੁਕਾਨ 'ਤੇ ਨਹੀਂ ਬੈਠਦਾ। ਪਰ ਤੁਸੀਂ, ਕਿਉਂਕਿ ਅਸੀਂ ਆਪ ਦੇਖਿਆ ਹੈ, ਜਿੰਨੀ ਦੇਰ ਸਾਨੂੰ ਇੱਥੇ ਸ਼ੂਟ ਕਰਦਿਆਂ ਨੂੰ ਹੋਇਆ, ਤੁਸੀਂ ਆਪਣੇ ਡੈਡੀ ਨਾਲ ਵੀ ਆਪਣੀ ਮਾਤਾ ਨਾਲ ਵੀ ਕੰਮ ਕਰਵਾ ਰਹੇ ਹੋ। ਤੁਹਾਨੂੰ ਆਪਣੇ ਅੰਦਰ ਐਂ ਜਿਹਾ ਨਹੀਂ ਮਹਿਸੂਸ ਹੁੰਦਾ ਵੀ ਲੈ ਆਹ ਕੀ ਯਾਰ ਘੁਮਿਆਰਾਂ ਵਾਲਾ ਕੰਮ ਹੈ ਨਾ, ਵੀ ਅਸੀਂ ਇਹ ਕਿਉਂ ਕਰੀਏ, ਜਾਂ ਅਸੀਂ ਨਹੀਂ ਇਹ ਕੰਮ ਕਰਨਾ ਹੈਗਾ, ਅਸੀਂ ਕੋਈ ਹੋਰ ਕੰਮ ਕਰਨਾ, ਪੜ੍ਹਾਈ ਲਿਖਾਈ ਕਰਕੇ ਕੁਝ ਹੋਰ ਕਰਨਾ? ਨਾ ਜੀ, ਇਹ ਸਾਡਾ ਆਪਣਾ ਕੰਮ ਹੈ ਜੀ। ਇਸ ਕਰਕੇ ਜੀ ਇਹ ਹੁਨਰ ਹੈ ਸਾਡਾ। ਤੁਹਾਨੂੰ ਆਪਣੇ ਡੈਡੀ ਵਾਂਗੂ ਮਿੱਟੀ ਦਾ ਸਾਰਾ ਕੁਝ ਪਤਾ ਹੈ ਕਿ ਮਿੱਟੀ ਨੂੰ ਕਿਵੇਂ ਕਰਕੇ ਫਿਰ ਇਹ ਬਰਤਨ ਬਣਦਾ? ਹਾਂਜੀ, ਸਭ ਪਤਾ ਹੈ। ਕਿਵੇਂ ਹੁੰਦਾ? ਜਿਵੇਂ ਪਹਿਲਾਂ ਮਿੱਟੀ ਕੁੱਟੋ, ਫਿਰ ਉਹਦਾ ਗਾਰਾ ਬਣਾਓ, ਫਿਰ ਉਸਨੂੰ ਗੁੰਨੋ, ਫਿਰ ਉਸਦੇ ਪਿੰਨੇ ਕਰੋ, ਫਿਰ ਉਹਨੂੰ ਚੱਕ ਤੇ ਰੱਖੋ, ਫਿਰ ਬਣਾਓ, ਫਿਰ ਪਕਾਓ। ਬਹੁਤ ਖੇਚਲ ਆ ਜੀ ਇਸ ਕੰਮ। ਖੇਚਲ ਬਹੁਤ ਹੈ। ਫਿਰ ਖੇਚਲ ਦੇਖ ਕੇ ਛੱਡ ਤਾਂ ਨਹੀਂ ਦਓਗੇ? ਨਾ ਜੀ ਨਾ। ਪੜ੍ਹਾਈ ਲਿਖਾਈ ਕਿੱਥੋਂ ਤੱਕ ਕਰਨੀ ਚਾਹੁੰਦੇ ਹੋ ਦੋਨੇ ਭਾਈ? ਦੱਸਿਓ ਇਮਾਨਦਾਰੀ ਨਾਲ। ਪੜ੍ਹਾਈ ਲਿਖਾਈ ਤੋਂ ਜੀ ਜਹਾਂ ਤੱਕ ਹੋਵੇ ਉੱਥੇ ਤੱਕ ਕਰਾਂਗੇ, ਜਿੱਥੇ ਤੱਕ ਹੋ ਜਾਏ। ਤੁਸੀਂ? ਮੈਂ ਵੀ ਜੀ ਕਰਾਂਗਾ। ਚਲੋ ਵੈਸੇ ਤਾਂ ਕੋਵਿਡ ਕਰਕੇ ਇਸ ਵੇਲੇ ਪੜ੍ਹਾਈ ਜਿਹੜੀ ਆ ਉਹ ਖਾਸੀ ਪ੍ਰਭਾਵਿਤ ਹੋਈ ਵੀ ਹੈ, ਪਰ ਫਿਰ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਦੋਵੇਂ ਬੱਚੇ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਜਾਂ ਆਪਣੇ ਪਿਤਾ ਦੇ ਜਿਹੜੇ ਉਹਨਾਂ ਦੇ ਖਾਨਦਾਨੀ ਕਿੱਤਾ ਹੈ ਉਸ ਨੂੰ ਅਪਣਾਈ ਬੈਠੇ ਨੇ ਤੇ ਆਉਣ ਵਾਲੇ ਸਮੇਂ 'ਚ ਉਮੀਦ ਤੇ ਆਸ ਕਰਦੇ ਨੇ ਕਿ ਉਹ ਵੀ ਇਸ ਕਿੱਤੇ ਦੇ ਨਾਲ ਜੁੜੇ ਰਹਿਣਗੇ, ਇਸ ਕਿੱਤੇ ਨੂੰ ਅੱਗੇ ਵਧਾਉਂਦੇ ਰਹਿਣਗੇ ਤਾਂ ਜੋ ਸਾਡਾ ਵਿਰਸਾ, ਸਾਡੀ ਵਿਰਾਸਤ ਅਤੇ ਸਮਾਜ ਦਾ ਉਹ ਤਬਕਾ ਜਿਹੜਾ ਆਪਣੇ ਆਪ ਨੂੰ ਕਿਤੇ ਪਛੜਿਆ ਮਹਿਸੂਸ ਕਰਦਾ ਸੀ ਉਹ ਪਛੜਿਆ ਮਹਿਸੂਸ ਨਾ ਕਰੇ। ਬੇਸ਼ੱਕ ਇਹ ਪੜ੍ਹਾਈਆਂ ਵੀ ਕਰਨਗੇ, ਬੇਸ਼ੱਕ ਨੌਕਰੀਆਂ ਵੀ ਕਰਨਗੇ, ਪਰ ਇਹਨਾਂ ਬੱਚਿਆਂ ਦਾ ਅਹਿਦ ਹੈ, ਇਹਨਾਂ ਦੇ ਪਿਤਾ ਦਾ ਵੀ ਅਹਿਦ ਹੈ ਕਰਤਾਰ ਸਿੰਘ ਹੋਰਾਂ ਦਾ ਕਿ ਜਦੋਂ ਤੱਕ ਕੋਸ਼ਿਸ਼ ਹੋਏਗੀ, ਜਦੋਂ ਤੱਕ ਹਿੰਮਤ ਚੱਲਦੀ ਰਹੇਗੀ, ਉਦੋਂ ਤੱਕ ਉਹ ਇਸ ਕਿੱਤੇ ਦੇ ਨਾਲ ਮਿੱਟੀ ਦੇ ਵਿੱਚੋਂ ਇਹ ਸੋਹਣੀਆਂ ਜਿਹੀਆਂ ਕਲਾਕ੍ਰਿਤੀਆਂ ਬਣਾਉਣੀਆਂ, ਉਹ ਦੀਵੇ ਬਣਾਉਣੇ ਖੂਬਸੂਰਤ ਜੇ, ਜਿਨ੍ਹਾਂ ਦੀਵਿਆਂ ਦੇ ਨਾਲ ਦੀਵਾਲੀ ਦੀ ਉਹ ਕਾਲੀ ਰਾਤ, ਮੱਸਿਆ ਦੀ ਰਾਤ ਨੂੰ ਤੁਹਾਡੇ ਘਰ ਦੇ ਵਿੱਚ ਰੌਸ਼ਨੀ ਪੈਦਾ ਹੁੰਦੀ ਹੈ। ਤੁਹਾਨੂੰ ਸਾਰਿਆਂ ਨੂੰ ਇਹਨਾਂ ਮਿੱਟੀ ਦੀਆਂ ਕਲਾਕ੍ਰਿਤੀਆਂ ਦੁਆਰਾ, ਇਸ ਪਰਿਵਾਰ ਦੁਆਰਾ, ਇਸ ਭਾਈਚਾਰੇ ਦੁਆਰਾ, ਜਿਹੜਾ ਭਾਈਚਾਰਾ ਦੀਵੇ ਬਣਾਉਂਦਾ ਹੈ ਤੇ ਸਾਡੇ ਘਰ ਰੋਸ਼ਨਾਉਂਦਾ ਹੈ, ਤੁਹਾਨੂੰ ਸਾਰਿਆਂ ਨੂੰ ਵਾਇਸ ਆਫ ਪੰਜਾਬ ਟੀਵੀ ਦੇ ਰਾਹੀਂ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਦਿਓ ਇਜਾਜ਼ਤ, ਬਣੇ ਰਹੋ ਵਾਇਸ ਆਫ ਪੰਜਾਬ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ।